ਸ਼ਲੋਕ 12 ਤੇ ਵਧੇਕ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰ ਰਹੇ ਹਾਂ। ਪਿਛਲੀ ਕਲਾਸ ਵਿੱਚ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਨੰਬਰ 44 ਤੱਕ ਦੀ ਵਿਚਾਰ ਕੀਤੀ ਸੀ। ਅੱਜ ਦਾ ਜੋ ਸ਼ਲੋਕ ਨੰਬਰ 45 ਜਿਸ ਤੋਂ ਅੱਗੇ ਵਿਚਾਰ ਕਰਨੀ ਹੈ ਉਹਦਾ ਵੀ ਸੰਬੰਧ ਥੋੜਾ ਜਿਹਾ ਸ਼ਲੋਕ ਨੰਬਰ 44 ਦੇ ਨਾਲ ਹੈ, ਉਹਦੇ ਨਾਲ ਹੀ ਜੁੜਿਆ ਹੋਇਆ ਹੈ। तो 44 ਨੰਬਰ ਸ਼ਲੋਕ ਦਾ ਇੱਕ ਵਾਰੀ ਦੁਹਰਾ ਕੇ ਤੇ ਫਿਰ ਅੱਗੋਂ ਵਿਚਾਰ ਜਿਹੜੀ ਹੈ ਉਸ ਨੂੰ ਕੰਟੀਨਿਊ ਕਰਦੇ ਹਾਂ। तो 44 ਨੰਬਰ ਸ਼ਲੋਕ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਜੋ ਸ਼ਲੋਕ ਦੀ ਆਰੰਭਤਾ ਕੀਤੀ ਸੀ ਕਿ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਔਰ ਜਿਵੇਂ ਕਿ ਪਿਛਲੀ ਵਾਰ ਜ਼ਿਕਰ ਕੀਤਾ ਸੀਗਾ ਕਿ ਵੀ ਇਹ ਪੰਕਤੀ ਦੀ ਸਿਰਫ ਪਹਿਲੀ ਅੱਧੀ ਜਿਹੜੀ ਲਾਈਨ ਹੈ ਉਹ ਉਨੀ ਕੋਈ ਵਰਤ ਕੇ ਤੇ ਆਮ ਤੌਰ ਤੇ ਅਸੀਂ ਇੱਕ ਦੂਜੇ ਨੂੰ ਸੁਣਾਉਂਦੇ ਹਾਂ ਬਈ ਗੁਰਮੁਖ ਜਿਹੜੇ ਹੁੰਦੇ ਨੇ ਉਹ ਤਾਂ ਕਦੀ ਬੁੱਢੇ ਹੀ ਨਹੀਂ ਹੁੰਦੇ। ਜਿਹੜੇ ਸੋਚਦੇ ਨੇ ਕਿ ਬਈ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਪਾਠ ਕਰਦੇ ਹਾਂ, ਉਹ ਸੁਣ ਕੇ ਖੁਸ਼ ਹੁੰਦੇ ਨੇ ਕਿ ਬਈ ਹਾਂ ਮਤਲਬ ਗੁਰੂ ਮਹਾਰਾਜ ਨੇ ਸਾਡੇ ਵਾਸਤੇ ਕਿਹਾ ਹੈ ਬਈ ਅਸੀਂ ਤਾਂ ਬੁੱਢੇ ਨਹੀਂ ਹਾਂ, ਅਸੀਂ ਤਾਂ ਜਵਾਨ ਹੀ ਰਹਾਂਗੇ। ਉਹ ਜੋ ਗੱਲ ਸਮਝਣ ਵਾਲੀ ਹੈ ਕਿ ਇੱਥੇ ਬੁੱਢੇ ਕਿਸ ਸੈਂਸ ਵਿੱਚ ਇਸਤੇਮਾਲ ਕੀਤਾ ਗਿਆ ਹੈ ਲਫ਼ਜ਼, ਕਿ ਇੱਥੇ ਸਰੀਰਕ ਜਵਾਨੀ ਜਾਂ ਬੁਢੇਪੇ ਦੀ ਗੱਲ ਹੋ ਰਹੀ ਹੈ ਕਿ ਜਾਂ ਕੁਝ ਹੋਰ ਭਾਵ ਹੈ। ਉਹ ਜਿਵੇਂ ਅਰਥ ਪਿਛਲੀ ਵਾਰ ਅਸੀਂ ਕੀਤੇ ਸੀ ਸਮਝੇ ਸੀਗੇ ਕਿ ਬੁਢੇਪਾ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ, ਸਮਝਦੇ ਹਾਂ ਕਿ ਬੁਢੇਪੇ ਦੇ ਨਾਲ ਇਨਸਾਨ ਦੇ ਸਰੀਰ ਦੇ ਅੰਦਰ ਕਮਜ਼ੋਰੀ ਆ ਹੀ ਜਾਂਦੀ ਹੈ, ਇਹ ਨੈਚੁਰਲ ਪ੍ਰੋਸੈਸ ਹੈ। ਤੇ ਇਸ ਕਰਕੇ ਸਾਡੀ ਆਮ ਬੋਲਚਾਲ ਦੇ ਵਿੱਚ ਵੀ ਇਹ ਸ਼ਬਦ ਇਸ ਤਰੀਕੇ ਨਾਲ ਵੀ ਵਰਤਿਆ ਜਾਂਦਾ ਹੈ ਕਿ ਬਈ ਜਿਹੜਾ ਬੰਦਾ ਕਮਜ਼ੋਰ ਹੋ ਜਾਵੇ ਸਰੀਰਕ ਤੌਰ ਦੇ ਉੱਤੇ ਤਾਂ ਉਹਦੇ ਵਾਸਤੇ ਕਿਹਾ ਜਾਂਦਾ ਹੈ ਕਿ ਵੀ ਇਹਨੂੰ ਬੁਢੇਪਾ ਆ ਗਿਆ ਹੈ, ਵੀ ਇਹਦੇ 'ਚ ਉਨੀ ਤਾਕਤ ਨਹੀਂ ਰਹੀ, ਉਨੀ ਫੁਰਤੀ ਨਹੀਂ ਹੈ, ਉਨਾ ਦਮਦਾਰ ਨਹੀਂ ਹੈ ਜਿੰਨਾ ਆਪਣੇ ਪਹਿਲੇ ਸਮੇਂ 'ਚ ਹੁੰਦਾ ਸੀਗਾ। ਤਾਂ ਬੁਢੇਪਾ ਜਿਹੜਾ ਹੈ ਉਹ ਕਮਜ਼ੋਰੀ ਦਾ ਸੂਚਕ ਹੈ, ਕਮਜ਼ੋਰੀ ਦਾ ਸਿਨੋਨਿਮਸ ਉਸ ਸੈਂਸ ਵਿੱਚ ਸਮਰਥ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇੱਥੇ ਗੁਰੂ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀ, ਉਹ ਸਰੀਰਕ ਕਮਜ਼ੋਰੀ ਦੀ ਗੱਲ ਨਹੀਂ ਹੋ ਰਹੀ। ਬੁੱਢੇ ਦਾ ਇਸਤੇਮਾਲ ਕੀਤਾ ਗਿਆ ਹੈ ਕਮਜ਼ੋਰੀ ਦੇ ਅਰਥਾਂ ਦੇ ਅੰਦਰ, ਪਰ ਸਰੀਰਕ ਕਮਜ਼ੋਰੀ ਨਹੀਂ। ਗੱਲ ਇੱਥੇ ਹੈ ਆਤਮਿਕ ਗੁਣਾਂ ਦੀ ਤੇ ਆਤਮਿਕ ਕਮਜ਼ੋਰੀ ਦੀ। ਤਾਂ ਗੁਰੂ ਸਾਹਿਬ ਕਹਿ ਰਹੇ ਹਨ ਕਿ ਗੁਰਮੁਖ ਬੁੱਢੇ ਕਦੇ ਨਾਹੀ, ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਹਨ, ਜਿਹੜੇ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਨੂੰ ਸੁਣਦੇ ਔਰ ਉਹਦੀ ਕਮਾਈ ਕਰਦੇ ਹਨ, ਉਹਨਾਂ ਦੇ ਅੰਦਰ ਆਤਮਿਕ ਕਮਜ਼ੋਰੀ ਕਦੇ ਨਹੀਂ ਆਉਂਦੀ। ਇਹ ਜਿਹੜਾ ਭਾਵ ਹੈ ਇਹ ਸਮਝਣਾ ਔਰ ਇਸ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਗੁਰਮੁਖ ਬੁੱਢੇ ਕਦੇ ਨਹੀਂ ਤੋਂ ਭਾਵ ਇਹ ਨਹੀਂ ਹੈ ਵੀ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਜਾਂ ਗੁਰੂ ਦੀ ਸੰਗਤ ਕਰਨ ਵਾਲੇ, ਗੁਰਬਾਣੀ ਪੜ੍ਹਨ ਵਾਲੇ ਜਿਹੜੇ ਹਨ ਉਹਨਾਂ ਉੱਤੇ ਸਰੀਰਕ ਬੁਢੇਪਾ ਨਹੀਂ ਆਉਂਦਾ। ਉਹ ਤਾਂ ਆਪਣੇ ਸਮੇਂ ਦੇ ਮੁਤਾਬਕ ਜੋ ਕੁਦਰਤ ਦਾ ਨਿਯਮ ਹੈ, ਜੋ ਪਰਮਾਤਮਾ ਨੇ ਮਰਿਆਦਾ ਬਣਾਈ ਹੈ, ਉਹ ਕੁਝ ਸਭ ਦੇ ਸਰੀਰਾਂ ਦੇ ਨਾਲ ਕਮਜ਼ੋਰੀ, ਰੋਗ, ਦੁੱਖ, ਸੁੱਖ ਇਹ ਸਭ ਕੁਝ ਤਾਂ ਚੱਲਦਾ ਹੀ ਰਹਿਣਾ ਹੈ। ਇੱਥੇ ਗੱਲ ਹੋ ਰਹੀ ਹੈ ਆਤਮਿਕ ਸਮਰੱਥਾ ਦੀ, ਆਤਮਿਕ ਗੁਣਾਂ ਦੀ। ਤਾਂ ਆਤਮਿਕ ਤੌਰ ਦੇ ਉੱਤੇ ਜਿਹੜੇ ਗੁਰਮੁਖ ਹਨ ਉਹਨਾਂ ਦੇ ਉੱਤੇ ਕਦੀ ਆਤਮਿਕ ਬੁਢੇਪਾ ਨਹੀਂ ਆਉਂਦਾ, ਉਹ ਆਤਮਿਕ ਲੈਵਲ ਦੇ ਉੱਤੇ ਕਦੀ ਕਮਜ਼ੋਰ ਨਹੀਂ ਹੁੰਦੇ, ਉਹਨਾਂ ਦੇ ਅੰਦਰੋਂ ਉਹ ਗੁਣ ਕਦੀ ਨਹੀਂ ਨਿਕਲਦੇ, ਉਹ ਹਮੇਸ਼ਾ ਹੀ ਵਿਕਾਰਾਂ ਦੇ ਨਾਲ ਜੰਗ ਕਰਨ ਵਾਸਤੇ ਸਟਰੋਂਗ ਹੁੰਦੇ ਹਨ, ਹਮੇਸ਼ਾ ਜਵਾਨ ਹੁੰਦੇ ਹਨ ਵਿਕਾਰਾਂ ਦੇ ਨਾਲ ਲੜਾਈ ਲੜਨ ਵਾਸਤੇ। ਉਹ ਇਹ ਪੂਰੀ ਪੰਕਤੀ ਜਿਹੜੀ ਹੈ ਉਹ ਇਹ ਭਾਵ ਵੀ ਦਿੰਦੀ ਹੈ ਕਿ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਚਰਨਾਂ ਦੀ ਲਗਨ ਅਤੇ ਆਤਮਿਕ ਜੀਵਨ ਦੀ ਸੋਝੀ ਹੈ, ਉਹ ਆਤਮਿਕ ਤੌਰ ਤੇ ਕਦੀ ਕਮਜ਼ੋਰ ਨਹੀਂ ਹੁੰਦੇ। ਸੋ ਉਹਨਾਂ ਦੇ ਜੀਵਨ ਦੇ ਵਿੱਚ ਉਹ ਸਦਾ ਸਦਾ ਹਰ ਗੁਣ ਰਵੇਂ, ਅੰਤਰ ਸਹਿਜ ਧਿਆਨ, ਉਹ ਹਮੇਸ਼ਾ ਹੀ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰ ਆਤਮਿਕ ਅਡੋਲਤਾ ਦੀ ਅਵਸਥਾ ਬਣੀ ਰਹਿੰਦੀ ਹੈ, ਉਹਨਾਂ ਦਾ ਧਿਆਨ ਹਮੇਸ਼ਾ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਉਹ ਸਦਾ ਆਨੰਦ ਵਿਵੇਕ ਰਹੇ, ਦੁੱਖ ਸੁੱਖ ਏਕ ਸਮਾਨ, ਉਹ ਹਮੇਸ਼ਾ ਆਤਮਿਕ ਖੇੜੇ ਦੀ ਅਵਸਥਾ 'ਚ ਰਹਿੰਦੇ ਹਨ। ਉਹਨਾਂ ਦੀ ਬੁੱਧੀ 'ਚ ਹਮੇਸ਼ਾ ਵਿਵੇਕ ਹੁੰਦਾ ਹੈ, ਚੰਗੇ ਮਾੜੇ ਦੀ ਉਹ ਪਛਾਣ ਕਰਦੇ ਹਨ, ਪਰ ਦੁੱਖ ਔਰ ਸੁੱਖ ਨੂੰ ਉਹ ਇੱਕ ਸਮਾਨ ਕਰਕੇ ਜਾਣਦੇ ਹਨ। ਨਾ ਦੁੱਖ ਵਿੱਚ ਉਹ ਪਰੇਸ਼ਾਨ ਹੁੰਦੇ ਹਨ, ਨਾ ਸੁੱਖ ਦੇ ਵਿੱਚ ਬਹੁਤਾ ਉਛਲ ਕੇ
ਪੈਂਦੇ ਹਨ, ਇੱਕ ਅਡੋਲਤਾ ਦੀ ਅਵਸਥਾ 'ਚ ਰਹਿੰਦੇ ਹਨ। ਤਿਨਾ ਨਦਰੀ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਉਹਨਾਂ ਨੂੰ ਹਰ ਜਗ੍ਹਾ ਦੇ ਉੱਤੇ ਉਹ ਸਰਵ ਵਿਆਪਕ ਪਰਮਾਤਮਾ ਨਜ਼ਰ ਆਉਂਦਾ ਹੈ ਤੇ ਜੋ ਕਿ ਸਭ ਜਗ੍ਹਾ ਤੇ ਵਿਆਪਕ ਹੈ ਅਤੇ ਉਹਨਾਂ ਦੀ ਸੁਰਤ ਜਿਹੜੀ ਹੈ ਉਸ ਪਰਮਾਤਮਾ ਦੇ ਵਿੱਚ ਹੀ ਜੁੜੀ ਰਹਿੰਦੀ ਹੈ। ਉਹਨਾਂ ਨੂੰ ਹਰ ਇਨਸਾਨ ਦੇ ਅੰਦਰ ਵੀ ਉਸ ਪਰਮਾਤਮਾ ਦੀ ਜੋਤ ਵਿਆਪਦੀ ਹੋਈ ਮਹਿਸੂਸ ਹੁੰਦੀ ਹੈ। ਇਸੇ ਹੀ ਭਾਵ ਨੂੰ ਅੱਗੇ ਹੋਰ ਦੂਜੇ ਐਂਗਲ ਤੋਂ ਹੁਣ ਗੱਲ ਕਰਨ ਵਾਸਤੇ ਮਨਮੁੱਖਾਂ ਦੀ ਗੱਲ ਵੀ ਹੋ ਰਹੀ ਹੈ। ਪਹਿਲਾਂ ਇੱਥੇ ਗੁਰਮੁਖਾਂ ਦੀ ਗੱਲ ਹੋਈ ਹੈ, ਹੁਣ ਅਗਲੇ ਸ਼ਲੋਕ ਦੇ ਵਿੱਚ ਮਨਮੁੱਖਾਂ ਦਾ ਵਰਣਨ ਆਏਗਾ। ਤਾਂ ਹੁਣ ਸ਼ਲੋਕ ਨੰਬਰ 45 ਦਾ ਪਾਠ ਕਰਦੇ ਹਾਂ। ਮਨਮੁੱਖ ਬਾਲਕ, ਇਹਦਾ ਜੋ ਵਿਸ਼ਰਾਮ ਹੈ ਉਹ ਬਾਲਕ ਦੇ ਬਾਅਦ ਹੋਣਾ ਚਾਹੀਦਾ। ਮਨਮੁੱਖ ਔਰ ਬਾਲਕ ਇਕੱਠੇ ਹੋਣੇ ਚਾਹੀਦੇ ਹਨ। ਮਨਮੁੱਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿੱਚ ਹਉਮੈ ਕਰਮ ਕਮਾਵਦੇ, ਸਭ ਧਰਮ ਰਾਏ ਕਹਿ ਜਾਹੀ। ਗੁਰਮੁਖ ਹੱਛੇ ਨਿਰਮਲੇ, ਗੁਰ ਕੈ ਸ਼ਬਦ ਸੁਭਾਏ, ਉਹਨਾਂ ਮੈਲ ਪਤੰਗ ਨਾ ਲੱਗਈ, ਜੇ ਚੱਲਨ ਸਤਿਗੁਰ ਭਾਏ। ਮਨਮੁਖ ਝੂਠ ਨਾ ਉਤਰੈ, ਜੇ 100 ਧੋਵਨ ਪਾਏ, ਨਾਨਕ ਗੁਰਮੁਖ ਮੇਲਿਅਨ, ਗੁਰ ਕੈ ਅੰਕ ਸਮਾਏ। ਇਹ ਜਿਹੜੀ ਇਸ ਸ਼ਲੋਕ ਦੀ ਪਹਿਲੀ ਪੰਕਤੀ ਹੈ ਨਾ, ਇਹਦਾ ਵੀ ਆਮ ਤੌਰ ਦੇ ਉੱਤੇ ਲੋਕੀ ਇਸਤੇਮਾਲ ਕਰਦੇ ਹਨ। ਕਹਿੰਦੇ ਹਨ ਦੇਖੋ ਜੀ ਬਾਣੀ 'ਚ ਵੀ ਲਿਖਿਆ ਹੈ ਬਾਲਕ ਬਿਰਧ ਸਮਾਨ ਹੈ। ਉਹ ਭਾਵ ਵੈਸੇ ਇਹ ਹੈ ਨਹੀਂ ਕਿ ਬਾਲਕ ਬਿਰਧ ਸਮਾਨ ਹੈ, ਬਈ ਬੱਚੇ ਬੁੱਢੇ ਇੱਕ ਬਰਾਬਰ ਹੁੰਦੇ ਨੇ। ਇਹ ਆਮ ਲੋਕੀ ਗੱਲਾਂ ਕਰਦੇ ਨੇ। ਦੇਖੋ ਜੀ ਬਾਣੀ 'ਚ ਵੀ ਲਿਖਿਆ ਬਾਲਕ ਬਿਰਧ ਸਮਾਨ ਹੈ। ਉਹ ਪਹਿਲਾ ਜਿਹੜਾ ਮਨਮੁਖ ਲਿਖਿਆ ਹੈ ਉਹਨੂੰ ਇੱਕ ਪਾਸੇ ਕਰ ਦਿੰਦੇ ਹਨ। ਉਹ ਗੱਲ ਜੋ ਹੋ ਰਹੀ ਹੈ ਇੱਥੇ ਮਨਮੁਖ ਦੀ ਹੋ ਰਹੀ ਹੈ, ਔਰ ਮਨਮੁਖ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮਨਮੁਖ ਬਾਲਕ ਰੂਪ ਦਾ ਹੈ, ਭਾਵ ਜਿਹਦਾ ਸਰੀਰ ਅਜੇ ਨਰੋਇਆ ਹੈ, ਜਿਹਦੇ ਅੰਦਰ ਅਜੇ ਸਰੀਰਕ ਕਮਜ਼ੋਰੀ ਨਹੀਂ ਆਈ ਹੈ, ਉਹ ਵੀ ਬਿਰਧ ਸਮਾਨ ਹੈ। ਇਸ ਤਰ੍ਹਾਂ ਉਹ ਆਤਮਿਕ ਤੌਰ ਦੇ ਉੱਤੇ ਬਿਰਧ ਦੇ ਸਮਾਨ ਹੈ, ਕਿਉਂਕਿ ਉਹ ਆਤਮਿਕ ਤੌਰ ਤੇ ਕਮਜ਼ੋਰ ਹੈ। तो इस करके ਇਹਦਾ ਜੋ ਵਿਸ਼ਰਾਮ ਹੈ ਉਹ ਬਾਲਕ ਤੋਂ ਬਾਅਦ ਹੋਣਾ ਚਾਹੀਦਾ। ਮਨਮੁਖ ਬਾਲਕ ਵੈਸੇ ਵੀ ਮਨਮੁਖ ਦੇ ਕੱਕੇ ਨੂੰ ਔਂਕੜ ਹੈ, ਬਾਲਕ ਦੇ ਕੱਕੇ ਨੂੰ ਔਂਕੜ ਹੈ, ਤੇ ਇਹ ਦੋਨੋਂ ਜਿਹੜੇ ਲਫ਼ਜ਼ ਹਨ ਇਹ ਇੱਕ ਤਰੀਕੇ ਦੇ ਨਾਲ ਜੋ ਬਾਲਕ ਹੈ ਉਹ ਮਨਮੁਖ ਦਾ ਵਿਸ਼ੇਸ਼ਣ ਦੇ ਰੂਪ ਵਿੱਚ ਉਹਦੀ ਵਰਤੋਂ ਹੋ ਰਹੀ ਹੈ ਕਿ ਉਹ ਮਨਮੁਖ ਜਿਹੜਾ ਅਜੇ ਬਾਲਕ ਹੈ, ਬਈ ਅਜੇ ਜਵਾਨ ਸਰੀਰਕ ਤੌਰ ਦੇ ਉੱਤੇ ਨਰੋਇਆ ਹੈ, ਅਜੇ ਬੁਢੇਪਾ ਉਹਦੇ ਤੇ ਨਹੀਂ ਆਇਆ, ਸਰੀਰਕ ਤੌਰ ਤੇ ਬੁੱਢਾ ਨਹੀਂ ਹੈ, ਪਰ ਮਨਮੁਖ ਬਾਲਕ ਬਿਰਧ ਸਮਾਨ ਹੈ, ਉਹ ਬਿਰਧ ਵਰਗਾ ਹੈ। ਬਿਰਧ ਦੇ ਵੀ ਧੱਦੇ ਨੂੰ ਸਿਆਰੀ ਹੈ, ਸਮਾਨ ਦੇ ਨੰਨੇ ਨੂੰ ਸਿਆਰੀ ਹੈ, ਕਿ ਬੁੱਢੇ ਮਨੁੱਖ ਵਰਗਾ ਹੈ ਆਤਮਿਕ ਤੌਰ ਦੇ ਉੱਤੇ। ਉਹ ਆਤਮਿਕ ਤੌਰ ਦੇ ਉੱਤੇ ਉਹ ਬੁੱਢਾ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਹੀਂ। ਜੋ ਗੁਰਮੁਖ ਵਾਲੀ ਗੱਲ ਕੀਤੀ ਸੀ ਪਿਛਲੇ ਸ਼ਲੋਕ ਵਿੱਚ, ਤਾਂ ਉੱਥੇ ਕਿਹਾ ਗਿਆ ਸੀਗਾ ਕਿ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। तो ਗੁਰਮੁਖਾਂ ਦੇ ਅੰਦਰ ਤਾਂ ਸੁਰਤ ਔਰ ਗਿਆਨ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਸੀ ਪ੍ਰਮਾਤਮਾ ਦੇ ਨਾਲ, ਉਹਨਾਂ ਦੇ ਅੰਦਰ ਆਤਮਿਕ ਜੀਵਨ ਦੀ ਸੋਝੀ, ਪ੍ਰਮਾਤਮਾ ਦੇ ਆਤਮਿਕ ਗੁਣਾਂ ਦੀ ਪਹਿਚਾਨ ਸਮਝ ਟਿਕੀ ਰਹਿੰਦੀ ਹੈ। ਪਰ ਇਹ ਮਨਮੁਖ ਜਿਹੜਾ ਬਾਲਕ ਹੈ ਇਹ ਬਿਰਧ ਸਮਾਨ ਹੈ, ਇਹ ਆਤਮਿਕ ਤੌਰ ਦੇ ਉੱਤੇ ਕਮਜ਼ੋਰ ਹੈ। ਕਿਉਂ? ਕਿਉਂਕਿ ਇਹ ਐਸੇ ਇਨਸਾਨ ਹਨ, ਇਹ ਮਨਮੁਖ ਬਾਲਕ ਜਿਹੜੇ ਜਿਨ੍ਹਾਂ ਅੰਤਰ ਹਰ ਸੁਰਤ ਨਹੀਂ, ਉਹਨਾਂ ਦੇ ਅੰਦਰ परमात्मा की सोझी नहीं है, कोई लगन नहीं है, परमात्मा की याद ही नहीं है उन्होंने अंदर। तो ये ऐसे इंसानों की गल हो रही है जिहड़े सरीरक तौर के उत्ते तां नरोए हैं। मनमुख ऐसा बंदा है जिहड़ा सरीरक तौर के उत्ते नरोया जवान हुंदा होया भी आत्मक जीवन विच बुढ़े वर्गा कमजोर हुंदा है। ਉਹ ਇੱਥੇ ਕੁਝ ਲੋਕਾਂ ਨੂੰ ਥੋੜਾ ਜਿਹਾ ਕਨਫਿਊਜ਼ਨ ਹੋ ਸਕਦਾ ਹੈ ਕਿ ਬਈ ਪਹਿਲਾ ਪਾਰਟ ਜਿਹੜਾ ਹੈ ਪੰਕਤੀ ਦਾ ਉਹ ਇੱਕ ਵਚਨ ਦੇ ਵਿੱਚ ਵਰਤਿਆ ਗਿਆ ਹੈ ਤੇ ਦੂਜਾ ਪਾਰਟ ਜਿਹੜਾ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਹੀਂ ਉਹ ਬਹੁਵਚਨ ਦੇ ਰੂਪ ਦੇ ਵਿੱਚ ਵਰਤਿਆ ਗਿਆ ਹੈ। ਉਹ ਇੱਥੇ ਗੱਲ ਇੱਕ ਮਿਸਾਲ ਦਿੱਤੀ ਗਈ ਹੈ, ਉਹ ਇੱਕ ਵਚਨ ਵਿੱਚ ਵਰਤੀ ਗਈ ਹੈ ਤੇ ਫਿਰ ਇਨ ਜਨਰਲ ਗੱਲ ਕੀਤੀ ਗਈ ਹੈ ਕਿ ਬਈ ਇਹੋ ਜਿਹੇ ਸਾਰੇ ਲੋਕ ਜਿਹੜੇ ਹਨ ਉਹ ਉਹਨਾਂ ਦੀ ਕੰਡੀਸ਼ਨ ਇਹ ਹੁੰਦੀ ਹੈ। तो भाई मनमुख बालक वो मनमुख
ਜਿਹੜਾ ਸਰੀਰਕ ਤੌਰ ਦੇ ਉੱਤੇ ਨਰੋਇਆ ਹੈ, ਉਹ ਆਤਮਿਕ ਤੌਰ ਦੇ ਉੱਤੇ ਬਿਰਧ ਸਮਾਨ ਹੈ, ਬੁਢੇਪੇ ਵਾਲਾ ਹੈ, ਕਮਜ਼ੋਰ ਹੈ। ਤੇ ਐਸੇ ਜਿਹੜੇ ਸਾਰੇ ਲੋਕ ਹਨ ਜਿਨ੍ਹਾਂ ਅੰਤਰ ਹਰ ਸੁਰਤ ਨਹੀਂ, ਉਹਨਾਂ ਦੀ ਅਵਸਥਾ ਵੀ ਇਹੋ ਜਿਹੀ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਲਗਨ ਨਹੀਂ ਹੁੰਦੀ। ਤੇ ਫਿਰ ਅੱਗੋਂ ਜਿਹੜੀ ਕੰਟੀਨਿਊਏਸ਼ਨ ਹੈ, ਫਿਰ ਉਹ ਅੱਗੇ ਅਗਲੀ ਪੰਕਤੀ ਦੇ ਵਿੱਚ ਵੀ ਉਹ ਬਹੁਵਚਨ ਵਾਲੀ ਜਿਹੜੇ ਹਨ ਸਰੂਪ ਲਫ਼ਜ਼ਾਂ ਦੇ ਉਹ ਕੰਟੀਨਿਊ ਰਹਿਣਗੇ, ਜਿਨ੍ਹਾਂ ਅੰਤਰ ਹਰ ਸੁਰਤ ਨਹੀਂ। तो एक मनमुख दी एक वचन मिसाल दे के ते अगों जनरल गल गुरु साहब ने की है भी जिन्हां अंतर हर सुरत नाही, वो की करते हैं विच हौमै कर्म कमावदे सब धर्म राय क्या जाही। वो आत्मक तौर ते बुढ़े आत्मक तौर ते कमजोर इंसान जिन्हां दे अंदर परमात्मा दी लगन नहीं हुंदी, वो की करते हैं विच हौमै कर्म कमावदे। ਉਹਨਾਂ ਦੇ ਸਾਰੇ ਕਰਮ ਜਿਹੜੇ ਹਨ ਉਹ ਹੰਕਾਰ ਵਾਲੇ ਹੁੰਦੇ ਹਨ, ਵਿਕਾਰਾਂ ਦੀ ਮੈਲ ਉਹਨਾਂ ਨੂੰ ਲੱਗੀ ਹੁੰਦੀ ਹੈ, ਹਉਮੈ ਦੀ ਮੈਲ ਹੁੰਦੀ ਹੈ ਉਹਨਾਂ ਦੇ ਜੀਵਨ ਦੇ ਅੰਦਰ, ਪਰਮਾਤਮਾ ਦੀ ਲਗਨ ਹੁੰਦੀ ਨਹੀਂ ਹੈ। ਤੇ ਉਹ ਸਾਰੇ ਜਿਹੜੇ ਕਰਮ ਕਰਦੇ ਹਨ ਉਹ ਹਉਮੈ ਦੇ ਅਧੀਨ ਰਹਿ ਕੇ ਹੀ ਕਰਦੇ ਹਨ। ਤੇ ਫਿਰ ਇਸ ਕਰਕੇ ਇਹੋ ਜਿਹੇ ਕੀਤੇ ਹੋਏ ਬੰਦਿਆਂ ਦੇ ਸਾਰੇ ਕਰਮ, ਚਾਹੇ ਉਹ ਦਿਖਾਵੇ ਦੇ ਧਾਰਮਿਕ ਕਰਮ ਹੋਣ, ਚਾਹੇ ਦੁਨਿਆਵੀ ਦੁਨੀਆਦਾਰੀ ਦੇ ਕਰਮ ਹੋਣ, ਕਿਉਂਕਿ ਉਹ ਸਾਰੇ ਹਉਮੈ ਦੇ ਅਧੀਨ ਹੀ ਕੀਤੇ ਹੋਏ ਹੁੰਦੇ ਹਨ, ਤੇ ਉਹਨਾਂ ਦਾ ਜੋ ਇੰਪੈਕਟ ਹੈ, ਜੋ ਅਸਰ ਹੈ, ਉਹ ਮਾੜਾ ਹੀ ਹੁੰਦਾ ਹੈ। ਤੇ ਉਹ ਮਾੜੇ ਕੀਤੇ ਕਰਮਾਂ ਦੇ ਕਰਕੇ ਫਿਰ ਉਹ ਧਰਮ ਰਾਏ ਦੇ ਵਸ ਪੈਂਦੇ ਹਨ ਤੇ ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ। तो सब धर्म राय कह जाही ਦਾ ਭਾਵ ਅਰਥ ਹੀ ਹੈ ਕਿ ਹਉਮੈ ਦੇ ਅਧੀਨ ਕੀਤੇ ਹੋਏ ਕਰਮਾਂ ਦੇ ਜੋ ਮਾੜੇ ਅਸਰ ਹਨ, ਫਲ ਹਨ, ਉਹ ਉਹਨਾਂ ਇਨਸਾਨਾਂ ਨੂੰ ਭੁਗਤਣੇ ਪੈਂਦੇ ਹਨ। ਜੋ ਮਾੜੇ ਕਰਮ ਕਰਦੇ ਹਨ ਉਸ ਉਹਨਾਂ ਦਾ ਮਾੜਾ ਹੀ ਅਸਰ ਹੁੰਦਾ ਹੈ, ਜਿਹਨੂੰ ਆਮ ਤੌਰ ਤੇ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਪੇਸ਼ੀ ਹੋਣੀ ਜਾਂ ਜਮਦੂਤਾਂ ਵੱਲੋਂ ਸਜ਼ਾ ਮਿਲਣੀ, ਇਹਨਾਂ ਵੀ ਮਿਸਾਲਾਂ ਦੇ ਨਾਲ ਇਸ ਗੱਲ ਨੂੰ ਸਮਝਾਇਆ ਜਾਂਦਾ ਹੈ। तो उसे सेंस के अंदर इत्थे भी गल आखी गई है कि सब धर्म राय कह जाही, ਜਿਹੜੇ ਹਉਮੈ ਦੇ ਅਧੀਨ ਕਰਮ ਕਰਦੇ ਨੇ ਉਹ ਧਰਮ ਰਾਜ ਦੇ ਵਸ ਪੈ ਜਾਂਦੇ ਨੇ, ਫਿਰ ਉਹਨਾਂ ਨੂੰ ਆਪਣੇ ਮਾੜੇ ਕਰਮਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ। ਉਹ ਜਿਹੜੀ ਮਿਸਾਲ ਹੈ ਪਹਿਲੀ ਉਹ ਇੱਕ ਵਚਨ ਦੇ ਅੰਦਰ ਦਿੱਤੀ ਗਈ ਹੈ, ਮਨਮੁਖ ਬਾਲਕ ਦੀ ਗੱਲ ਕਰਕੇ ਜਿਹੜਾ ਬਿਰਧ ਸਮਾਨ ਹੈ, ਜਿਹੜਾ ਆਤਮਿਕ ਤੌਰ ਦੇ ਉੱਤੇ ਕਮਜ਼ੋਰ ਹੈ। तो ऐसे ਆਤਮਿਕ ਤੌਰ ਤੇ ਕਮਜ਼ੋਰ ਲੋਕਾਂ ਦੇ ਅੰਦਰ ਹਰੀ ਦੀ ਸੁਰਤ ਨਹੀਂ ਹੁੰਦੀ, ਹਰੀ ਦੇ ਨਾਲ ਉਹਨਾਂ ਦੀ ਲਿਵ ਨਹੀਂ ਜੁੜੀ ਹੁੰਦੀ, ਧਿਆਨ ਨਹੀਂ ਹੁੰਦਾ। ਉਹ ਸਾਰੇ ਕਰਮ ਹਉਮੈ ਵਿੱਚ ਹੀ ਕਰਦੇ ਹਨ ਤੇ ਹਉਮੈ ਦੇ ਅਧੀਨ ਕੀਤੇ ਹੋਏ ਕਰਮਾਂ ਦੇ ਫਲ ਵਜੋਂ ਉਹ ਧਰਮ ਰਾਏ ਪਾਸੋਂ ਸਜ਼ਾ ਭੁਗਤਦੇ ਹਨ। ਹੁਣ ਅਗਲੀ ਪੰਕਤੀ 'ਚ ਗੁਰਮੁਖਾਂ ਦੀ ਗੱਲ ਫਿਰ ਦੁਬਾਰਾ ਸ਼ੁਰੂ ਕਰਦੇ ਹਨ ਕਿ ਗੁਰਮੁਖ ਹੱਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਿਹੜੇ ਹਨ ਉਹ ਗੁਰੂ ਦੇ ਸ਼ਬਦ ਦੇ ਪਿਆਰ ਵਿੱਚ ਟਿਕ ਕੇ, ਸ਼ਬਦ ਦੇ ਰਾਹੀਂ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਪਿਆਰ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਤੇ ਪ੍ਰਭੂ ਦੇ ਪਿਆਰ ਦੇ ਵਿੱਚ ਟਿਕੇ ਰਹਿੰਦੇ ਹਨ। ਉਹਨਾਂ ਦੇ ਕਰਮ ਵੀ ਨਿਰਮਲ ਹੁੰਦੇ ਹਨ ਕਿਉਂਕਿ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਹਨੂੰ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਨਾ ਪੈਂਦਾ ਹੈ। ਹਉਮੈ ਵਿੱਚ ਰਹਿ ਕੇ ਕੋਈ ਗੁਰੂ ਦੀ ਸ਼ਰਨ ਵਿੱਚੋਂ ਵੀ ਕੁਝ ਹਾਸਲ ਨਹੀਂ ਕਰ ਸਕਦਾ। ਕਿਸੇ ਦੀ ਸ਼ਰਨ ਵਿੱਚ ਬੰਦਾ ਤਾਂ ਹੀ ਜਾਏਗਾ ਪਹਿਲਾਂ ਆਪਣੀ ਹਉਮੈ ਨੂੰ ਛੱਡੇਗਾ। ਜਿਸ ਬੰਦੇ ਦੇ ਅੰਦਰ ਹੰਕਾਰ ਹੋਏਗਾ ਉਹ ਕਿਸੇ ਦੀ ਸ਼ਰਨ ਲੈ ਹੀ ਨਹੀਂ ਸਕਦਾ। ਉਹਦੇ ਮਨ ਵਿੱਚ ਤਾਂ ਇਹੀ ਹੋਏਗਾ ਕਿ ਮੈਂ ਸਭ ਤੋਂ ਵੱਡਾ, ਮੈਂ ਸਭ ਤੋਂ ਸਿਆਣਾ, ਮੈਂ ਕਿਸੇ ਦੀ ਸ਼ਰਨ ਵਿੱਚ ਕਿਉਂ ਜਾਵਾਂ, ਮੈਂ ਕਿਸੇ ਹੋਰ ਤੋਂ ਸਿੱਖਿਆ ਕਿਉਂ ਲਵਾਂ, ਮੈਂ ਤਾਂ ਉਹੀ ਕਰਾਂਗਾ ਜੋ ਮੈਨੂੰ ਚੰਗਾ ਲੱਗਦਾ ਹੈ। ਉਹ ਹੰਕਾਰੀ ਮਨੁੱਖ ਗੁਰੂ ਦੀ ਸ਼ਰਨ ਲੈ ਹੀ ਨਹੀਂ ਸਕਦਾ। ਸੋ ਗੁਰੂ ਦੇ ਸਨਮੁਖ ਹੋਣ ਦੇ ਵਾਸਤੇ ਪਹਿਲਾਂ ਹੰਕਾਰ ਦਾ ਤਿਆਗ, ਹਉਮੈ ਤੋਂ ਛੁਟਕਾਰਾ ਪਾਉਣਾ ਇਹ ਜ਼ਰੂਰੀ ਹੈ। ਸੋ ਜਿਹੜਾ ਹਉਮੈ ਤੋਂ ਛੁਟਕਾਰਾ ਪਾ ਲੈਂਦਾ ਹੈ ਤੇ ਗੁਰੂ ਦੀ ਦੱਸੀ ਹੋਈ ਕਾਰ ਕਮਾਉਂਦਾ ਹੈ, ਉਹਦੇ ਕਰਮ ਜਿਹੜੇ ਹਨ ਉਹ ਨਿਰਮਲ ਹੋ ਜਾਂਦੇ ਹਨ, ਵਿਕਾਰਾਂ ਤੋਂ ਰਹਿਤ ਹੋ ਜਾਂਦੇ ਹਨ, ਮੈਲ ਤੋਂ ਰਹਿਤ ਹੋ ਜਾਂਦੇ ਹਨ। ਗੁਰ ਕੈ ਸ਼ਬਦ ਸੁਭਾਏ, ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਉਹਦੇ ਜੀਵਨ ਦੇ ਅੰਦਰ ਪ੍ਰਭੂ ਪਿਆਰ ਜਿਹੜਾ ਹੈ ਉਹਦੇ ਜੀਵਨ ਦੇ ਵਿੱਚ ਟਿਕ ਜਾਂਦਾ ਹੈ। ਫਿਰ ਹੋਰ ਕੀ ਹੁੰਦਾ ਹੈ, ਉਹਨਾਂ ਦੀ ਨਿਸ਼ਾਨੀ ਕੀ ਹੈ ਕਿ ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ। ਪਤੰਗ ਆਮ ਤੌਰ ਤੇ ਜਿਹੜਾ ਹੈ ਪਤਲੇ ਦੇ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਪਤੰਗਾ ਵੀ ਬੜੇ ਪਤਲੇ ਉਹਦੇ ਪਰ ਹੁੰਦੇ ਹਨ। ਜਿਹੜੀ ਪਤੰਗ ਅਸੀਂ ਉਡਾਉਂਦੇ ਹਾਂ ਕਾਗਜ਼ ਦੀ ਬਣੀ ਹੋਈ, ਉਹ ਵੀ ਪਤਲੇ ਕਾਗਜ਼ ਦੀ ਹੁੰਦੀ ਹੈ, ਬਿਲਕੁਲ
और आम भी ये शब्दावली इस तरह वरती जाती है, जिहड़ा कोई बंदा बहुत ही स्लिम बिल्ट होवे, बहुत ही थिन होवे, तो उन्हें कहते वो तो पतला पतंग है। तो पतंग जिहड़ा है एक तरीके का विशेषण है, जिहड़ा मामूली जिहा छोटे ਜਿਹੀ चीज़ ਨੂੰ इंडिकेट करने वास्ते लफ्ज़ इस्तेमाल किया जाता है। तो इसे मामूली ਦੇ ਅਰਥਾਂ ਦੇ ਅੰਦਰ ਇੱਥੇ ਵੀ ਲਫ਼ਜ਼ ਵਰਤਿਆ ਗਿਆ ਹੈ। ਉਹਨਾਂ ਮੈਲ ਪਤੰਗ ਨਾ ਲੱਗਈ, ਜ਼ਰਾ ਜਿੰਨੀ ਵੀ ਮੈਲ ਉਹਨਾਂ ਨੂੰ ਨਹੀਂ ਲੱਗਦੀ। ਕਿਹਨਾਂ ਨੂੰ? ਗੁਰਮੁਖਾਂ ਨੂੰ। ਗੁਰਮੁਖ ਅੱਛੇ ਨਿਰਮਲੇ, ਗੁਰ ਕਾ ਸ਼ਬਦ ਸੁਭਾਏ, ਉਹਨਾਂ ਮੈਲ ਪਤੰਗ ਨਾ ਲੱਗੀ। ਇਹ ਉਹਨਾਂ ਲਫ਼ਜ਼ ਗੁਰਮੁਖਾਂ ਵਾਸਤੇ ਹੈ। ਉਹਨਾਂ ਮੈਲ ਪਤੰਗ ਨਾ ਲੱਗੀ, ਉਹਨਾਂ ਨੂੰ ਜ਼ਰਾ ਜਿੰਨੀ ਵੀ ਮੈਲ ਨਹੀਂ ਲੱਗਦੀ। ਕਾਹਦੀ ਮੈਲ? ਇਹ ਕੋਈ ਬਾਹਰਲੀ ਧੂੜ ਮਿੱਟੀ ਜਾਂ ਕਿਸੇ ਹੋਰ ਕਾਲਖ ਦੀ ਗੱਲ ਨਹੀਂ ਹੋ ਰਹੀ। ਇਹ ਗੱਲ ਹੋ ਰਹੀ ਹੈ ਵਿਕਾਰਾਂ ਦੀ ਮੈਲ ਦੀ। ਉਹਨਾਂ ਮੈਲ ਪਤੰਗ ਨਾ ਲੱਗੀ, ਉਹਨਾਂ ਨੂੰ ਜ਼ਰਾ ਜਿੰਨੀ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਕਿਉਂ? ਜੇ ਚੱਲਣ ਸਤਿਗੁਰ ਪਾਏ, ਕਿਉਂਕਿ ਉਹ ਸਤਿਗੁਰੂ ਦੀ ਮਰਜ਼ੀ ਦੇ ਅਨੁਸਾਰ, ਉਹਦੇ ਭਾਣੇ ਦੇ ਅਨੁਸਾਰ ਹੀ ਚੱਲਦੇ ਹਨ। ਜੋ ਸਤਿਗੁਰ ਨੂੰ ਭਾਉਂਦਾ ਹੈ ਉਹਦੇ ਮੁਤਾਬਕ ਹੀ ਉਹ ਚੱਲਦੇ ਹਨ। ਉਹਨਾਂ ਦੇ ਜੀਵਨ ਦੀ ਚਾਲ ਸਾਰੀ ਸਤਿਗੁਰੂ ਦੀ ਰਜ਼ਾ ਦੇ ਅਨੁਕੂਲ ਹੁੰਦੀ ਹੈ, ਸਤਿਗੁਰ ਦੇ ਉਪਦੇਸ਼ ਦੇ ਅਨੁਕੂਲ ਹੁੰਦੀ ਹੈ। ਤੇ ਜਿਹੜਾ ਸਤਿਗੁਰ ਦੀ ਸਿੱਖਿਆ ਦੇ ਮੁਤਾਬਕ ਜੀਵਨ ਚਲਾਏਗਾ, ਉਹਦੇ ਅੰਦਰ ਵਿਕਾਰਾਂ ਦੀ ਮੈਲ ਕਿੱਥੋਂ ਆਏਗੀ? ਨਹੀਂ ਆ ਸਕਦੀ। ਉਹਦੇ ਅੰਦਰ ਹਉਮੈ ਨਹੀਂ ਆ ਸਕਦੀ, ਉਹ ਮਾੜੇ ਕਰਮ ਕਰ ਹੀ ਨਹੀਂ ਸਕਦਾ। ਤੇ ਉਹਨਾਂ ਮੈਲ ਪਤੰਗ ਨਾ ਲੱਗਈ, ਜੇ ਚੱਲਣ ਸਤਿਗੁਰ ਪਾਏ। ਸਤਿਗੁਰ ਦੇ ਭਾਣੇ ਦੇ ਅਨੁਸਾਰ ਜਿਹੜੇ ਚੱਲਦੇ ਹਨ, ਇਹ ਜ਼ਿਕਰ ਉਹਨਾਂ ਦਾ ਹੋ ਰਿਹਾ ਹੈ ਜਿਹੜੇ ਗੁਰਮੁਖ ਹਨ। ਗੁਰਮੁਖ ਅੱਛੇ ਨਿਰਮਲੇ, ਗੁਰ ਕਾ ਸ਼ਬਦ ਸੁਭਾਏ, ਉਹਨਾਂ ਮੈਲ ਪਤੰਗ ਨਾ ਲੱਗਈ, ਜੇ ਚੱਲਣ ਸਤਿਗੁਰ ਪਾਏ। ਜਿਹੜੇ ਸਤਿਗੁਰ ਦੇ ਦੱਸੇ ਦੇ ਅਨੁਸਾਰ, ਉਹਦੇ ਭਾਣੇ ਦੇ ਅਨੁਸਾਰ ਆਪਣਾ ਜੀਵਨ ਚੱਲਦੇ ਹਨ, ਉਹਨਾਂ ਨੂੰ ਜ਼ਰਾ ਜਿੰਨੀ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਇਹ ਦੋ ਪੰਕਤੀਆਂ ਗੁਰਮੁਖਾਂ ਦੀ ਗੱਲ ਕਰਕੇ ਹੁਣ ਫਿਰ ਤੋਂ ਦੁਬਾਰਾ ਮਨਮੁਖਾਂ ਦੀ ਗੱਲ ਆ ਰਹੀ ਹੈ ਅਗਲੀ ਪੰਕਤੀ 'ਚ। ਮਨਮੁਖ ਝੂਠ ਨਾ ਉਤਰੈ, ਜੇ 100 ਧੋਵਨ ਪਾਏ। ਜੇ 100 ਵਾਰੀ ਵੀ ਧੋ ਦਿੱਤਾ ਜਾਏ ਤਾਂ ਵੀ ਮਨਮੁਖਾਂ ਦੇ ਅੰਦਰੋਂ ਜਿਹੜੀ ਵਿਕਾਰਾਂ ਦੀ ਝੂਠ ਹੈ ਨਾ, ਉਹ ਉਤਰਦੀ ਨਹੀਂ ਹੈ। ਕਾਰਨ ਮਨਮੁਖ ਹੁੰਦਾ ਕੌਣ ਹੈ? ਜਿਹੜਾ ਆਪਣੇ ਮਨ ਦੇ ਮਗਰ ਤੁਰਦਾ ਹੈ, ਜਿਹੜਾ ਕਿਸੇ ਹੋਰ ਦੀ ਸੁਣਦਾ ਨਹੀਂ ਹੈ, ਉਹ ਆਪਣੇ ਮਨ ਦੇ ਮਗਰ ਹੀ ਚੱਲਦਾ ਹੈ। ਤੇ ਮਨ ਦਾ ਕੁਦਰਤੀ ਸੁਭਾਅ ਤਾਂ ਇਹ ਹੈ ਕਿ ਉਹਨੂੰ ਵਿਕਾਰ ਜਿਹੜੇ ਹਨ ਉਹ ਜ਼ਿਆਦਾ ਅਪੀਲ ਕਰਦੇ ਹਨ, ਉਹ ਜ਼ਿਆਦਾ ਮਿੱਠੇ ਲੱਗਦੇ ਹਨ, ਉਹਨਾਂ ਦੇ ਰਸ ਜ਼ਿਆਦਾ ਸਵਾਦਲੇ ਲੱਗਦੇ ਹਨ, ਮਾਇਆ ਦੀ ਖਿੱਚ ਜ਼ਿਆਦਾ ਲੱਗਦੀ ਹੈ, ਮਾਇਆ ਦੇ ਰਸਾਂ 'ਚੋਂ ਸਵਾਦ ਜ਼ਿਆਦਾ ਆਉਂਦਾ ਹੈ। ਤੋ ਉਹਦਾ ਜੋ ਕੁਦਰਤੀ ਸੁਭਾਅ ਹੈ ਉਹ ਤਾਂ ਵਿਕਾਰਾਂ ਵਾਲੇ ਪਾਸੇ ਹੀ ਜਾਣਦਾ ਹੈ। ਤੋ ਮਨ ਦੇ ਮਗਰ ਤੁਰਨ ਵਾਲਾ ਬੰਦਾ ਸੁਭਾਵਕ ਤੌਰ ਦੇ ਉੱਤੇ ਹੀ ਵਿਕਾਰਾਂ ਵਾਲੇ ਪਾਸੇ ਖਿੱਚਿਆ ਜਾਂਦਾ ਹੈ, ਤੇ ਕਰਮ ਵੀ ਉਹ ਵਿਕਾਰਾਂ ਵਾਲੇ ਹੀ, ਮਾੜੇ ਕਰਮ ਹੀ ਕਰਦਾ ਹੈ। ਤੋ ਇਹ ਉਹਦਾ ਜੋ ਕੁਦਰਤੀ ਸੁਭਾਅ ਹੈ, ਇਹ ਹੁਣ ਭਾਵੇਂ 100 ਵਾਰੀ ਵੀ ਉਹਨੂੰ ਧੋ ਦਿੱਤਾ ਜਾਵੇ, ਧੋਣ ਤੋਂ ਇੱਥੇ ਭਾਵ ਨਿਰਾ ਪਾਣੀ ਪਾ ਕੇ ਧੋਣ ਦੀ ਗੱਲ ਨਹੀਂ ਹੈ। ਤੇ ਉਹਨੂੰ ਜੇ ਸਮਝਾਇਆ ਵੀ ਜਾਵੇ, ਕੋਈ ਬੰਦਾ ਉਹਨੂੰ ਸਿੱਖਿਆ ਦੇਵੇ, ਕੋਸ਼ਿਸ਼ ਕਰੇ ਕਿ ਬਈ ਤੂੰ ਆਪਣਾ ਸੁਭਾਅ ਬਦਲ ਲੈ, ਆਪਣੀ ਜਿਹੜੀ ਤੇਰੇ ਵਿਕਾਰਾਂ ਵਾਲੀ ਬਿਰਤੀ ਹੈ ਇਹਦੇ 'ਚ ਕੁਝ ਤਬਦੀਲੀ ਲੈ ਆ, ਕੁਝ ਆਪਣੇ ਆਪ ਨੂੰ ਸੁਧਾਰ ਲੈ। ਤੋ ਮਨ ਦੇ ਮਗਰ ਤੁਰਨ ਵਾਲਾ ਬੰਦਾ ਜਿਹੜਾ ਹੈ ਕਿਸੇ ਦੂਜੇ ਦੀ ਸੁਣਦਾ ਨਹੀਂ ਹੈ। ਤੋ 100 ਯਤਨ ਵੀ ਕੋਈ ਕਰ ਲਵੇ ਜਾਂ 100 ਬੰਦੇ ਵੀ, ਮਤਲਬ ਭਾਵ ਅਣਗਿਣਤ ਬੰਦੇ, ਬਹੁਤੇ ਬੰਦੇ ਵੀ ਉਹਨੂੰ ਸਮਝਾਉਣ, ਉਹਦੇ ਉੱਤੇ ਅਸਰ ਹੁੰਦਾ ਨਹੀਂ ਹੈ। ਤੋ ਉਹਦੇ ਅੰਦਰੋਂ ਜਿਹੜੀ ਵਿਕਾਰਾਂ ਦੀ ਝੂਠ ਹੈ ਫਿਰ ਉਹ ਉਤਰਦੀ ਨਹੀਂ ਹੈ। ਇਹ ਝੂਠ ਔਰ ਮੈਲ ਇੱਕੋ ਹੀ ਭਾਵ ਦੇ ਅਰਥ ਰੱਖਦੇ ਹਨ। ਝੂਠੀ ਚੀਜ਼ ਵੀ ਜਿਹੜੀ ਹੈ ਉਹਨੂੰ ਅਸੀਂ ਆਮ ਤੌਰ ਦੇ ਉੱਤੇ ਇਸਤੇਮਾਲ ਦੁਬਾਰਾ ਕਰਨਾ ਨਹੀਂ ਚਾਹੁੰਦੇ, ਤੇ ਮੈਲੀ ਚੀਜ਼ ਨੂੰ ਵੀ ਜਦ ਤੱਕ ਧੋ ਕੇ ਸਾਫ਼ ਨਾ ਕਰ ਲਈਏ ਤੇ ਅਸੀਂ ਨਹੀਂ ਵਰਤਦੇ। ਤੋ ਮਨਮੁਖ ਦੀ ਜਿਹੜੀ ਸੋਚ ਹੈ, ਬੁੱਧੀ ਜਿਹੜੀ ਹੈ, ਉਹ ਮੈਲੀ ਔਰ ਝੂਠੀ ਹੁੰਦੀ ਹੈ। ਤੇ ਜੇ ਉਹਨੂੰ 100 ਵਾਰੀ ਵੀ ਕਿਸੇ ਦੀ ਨੇਕ ਸਲਾਹ ਦੇ ਨਾਲ ਧੋਣ ਦਾ ਯਤਨ ਵੀ ਕੀਤਾ ਜਾਏ ਤਾਂ ਵੀ ਉਹਦੇ ਅੰਦਰੋਂ ਇਹ ਵਿਕਾਰਾਂ ਦੀ ਮੈਲ ਉਤਰਦੀ ਨਹੀਂ ਹੈ, ਉਹਦੀ ਸੋਚ ਬਦਲਦੀ ਨਹੀਂ ਹੈ। ਕਾਰਨ ਕਿ ਉਹ ਮਨ ਦੇ ਮਗਰ ਤੁਰਨ ਵਾਲਾ ਹੈ, ਉਹ ਆਪਣੀ ਹਉਮੈ ਦੇ ਵਿੱਚ ਹੀ ਰਹਿੰਦਾ ਹੈ। ਤੇ ਜਿਵੇਂ ਪਹਿਲੇ ਵੀ ਉੱਪਰ ਦੂਜੀ ਪੰਕਤੀ 'ਚ ਗੱਲ ਆਈ ਸੀ ਕਿ ਵਿੱਚ ਹਉਮੈ ਕਰਮ ਕਮਾਉਂਦੇ, ਉਹ ਸਾਰੇ ਕੰਮ ਤਾਂ ਹਉਮੈ ਦੇ ਅਧੀਨ ਹੀ ਰਹਿ ਕੇ ਕਰਦਾ ਹੈ। ਤੇ ਦੂਜੇ ਨੂੰ ਉਹ ਆਪਣੇ ਤੋਂ ਨੀਵਾਂ, ਆਪਣੇ ਤੋਂ ਘਟੀਆ ਹੀ ਸਮਝਦਾ ਹੈ, ਤੇ ਦੂਜੇ ਦੀ ਸਲਾਹ ਨੂੰ ਅਪਣਾਉਂਦਾ ਨਹੀਂ ਹੈ। ਤੋ ਇਹ ਇਸ ਸ਼ਲੋਕ ਦੇ ਅੰਦਰ ਗੁਰਮੁਖਾਂ ਤੇ ਮਨਮੁਖਾਂ ਦਾ ਜਿਹੜਾ ਕੰਟਰਾਸਟ ਹੈ ਉਹ ਵਾਰੀ-ਵਾਰੀ ਜ਼ਿਕਰ ਕਰਕੇ ਕੀਤਾ ਗਿਆ। ਅੰਤ 'ਚ ਫਿਰ ਗੁਰਮੁਖ ਦੀ ਗੱਲ ਗੁਰੂ ਸਾਹਿਬ ਕਰਕੇ ਸ਼ਲੋਕ ਦੀ ਸਮਾਪਤੀ ਕਰਦੇ ਹਨ। ਨਾਨਕ
गुरमुख मेलियन गुर कै अंक समाए। गुरु दे सन्मुख रहन वाले मनुखां नूं गुरु दे अंक विच समा के, भाव गुरु दी गोद विच समा के, अपनी चरण शरण विच लै के परमात्मा दे नाल मिलाप करा लैंदा है गुरु दे राही। तो ये मिलाप परमात्मा की बख्शिश सदका होंदा है। तो गुरमुख मेलियां ये परमात्मा वालों आया है कि गुरु दे सन्मुख रहन वालियां नूं परमात्मा आप ही गुरु दे राही अपने नाल मेल लैंदा है। तो जेड़े गुरु दी शरण च आ जांदे हन, वो गुरु दी चरण शरण च रह के गुरु दी दस्से होई सिੱਖਿਆ ਦੇ ਅਨੁਸਾਰ ਹੀ ਸਾਰੇ ਕਰਮ ਕਰਦੇ ਹਨ ਤੇ ਉਹਨਾਂ ਦੇ ਉੱਤੇ ਫਿਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਤੇ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਵੀ ਹੋ ਜਾਂਦਾ ਹੈ। तो नानक गुरमुख मेलियन, मेलियन आया है परमात्मा उन्होंने मेल लेंदा है। गुर के अंक समाए, गुरु दे गोद विच लैके, गुरु दी चरण शरण विच लैके उन्होंने अपने नाल मेल लेंदा है, मिला लेंदा, अपने विच लीन कर लेंदा है। अगला श्लोक नंबर है जी 46। बुरा करे सो केहा सिजै, अपने रोह आपे ही दजै, मनमुख कमला रगड़ै लुझै, गुरमुख होए तिस सब किछ सुझै, नानक गुरमुख मन स्यों लुझै। इत्थे भी हुण दो ਆਪੋਜ਼ਿਟ ਤਰੀਕੇ ਦੇ ਲੋਕਾਂ ਦੀ ਕੰਟਰਾਸਟ ਦੀ ਗੱਲ ਨਜ਼ਰ ਆ ਰਹੀ ਹੈ। ਬੁਰਾ ਕਰੇ ਸੋ ਕਿਹਾ ਸਿੱਝੈ। ਸ਼ੁਰੂਆਤ ਕਰਦੇ ਹਨ ਐਸੇ ਬੰਦੇ ਦੀ ਜਿਹੜੇ ਬੰਦੇ ਦੇ ਕਰਮਾਂ ਦੇ ਅੰਦਰ ਬੁਰਾਈ ਹੀ ਹੈ, ਜਿਹੜਾ ਮਾੜੇ ਕਰਮ ਹੀ ਕਰਦਾ ਹੈ, ਜਿਹੜਾ ਮਾਇਆ ਦੀ ਖਾਤਰ ਦੂਜਿਆਂ ਦੇ ਨਾਲ ਜ਼ੁਲਮ ਕਰਦਾ ਹੈ, ਧੱਕਾ ਕਰਦਾ ਹੈ, ਪਰਾਇਆ ਹੱਕ ਮਾਰਦਾ ਹੈ ਜਾਂ ਕਿਸੇ ਹੋਰ ਨੂੰ ਦੁੱਖ ਦਿੰਦਾ ਹੈ। ਉਹ ਕਹਿੰਦੇ ਹਨ ਕਿ ਜਿਹੜਾ ਮਨੁੱਖ ਵਿਕਾਰਾਂ ਦੇ ਅਧੀਨ ਹੋ ਕੇ, ਆਪਣੀ ਹਉਮੈ ਦੇ ਅਧੀਨ ਹੋ ਕੇ ਦੂਜਿਆਂ ਦੇ ਨਾਲ ਬੁਰਾ ਕਰਦਾ ਹੈ, ਦੂਜਿਆਂ ਦਾ ਹੱਕ ਮਾਰਦਾ, ਦੂਜਿਆਂ ਨਾਲ ਧੱਕਾ ਕਰਦਾ ਹੈ, ਤਾਂ ਉਹ ਕਿਹਾ ਸਿੱਝੈ। ਸਿੱਝੈ ਦਾ ਮਤਲਬ ਹੁੰਦਾ ਹੈ ਸਫਲਤਾ ਹਾਸਲ ਕਰ ਲੈਣੀ। ਤੇ ਉਹ ਕਾਹਦੀ ਸਫਲਤਾ ਉਹਨੇ ਹਾਸਲ ਕਰ ਲਈ? ਜਿਹਨੇ ਦੂਜਿਆਂ ਦਾ ਬੁਰਾ ਕੀਤਾ, ਆਪਣੇ ਕੁਝ ਭਲੇ ਦੀ ਖਾਤਰ, ਆਪਣੇ ਸਵਾਰਥ ਦੀ ਖਾਤਰ ਜਿਹਨੇ ਦੂਜਿਆਂ ਦਾ ਬੁਰਾ ਕੀਤਾ ਤੇ ਉਹਨੇ ਕਾਹਦੀ ਸਫਲਤਾ ਹਾਸਲ ਕੀਤੀ? ਇਹ ਤੇ ਕੋਈ ਸਫਲਤਾ ਨਹੀਂ ਹੈ, ਉਹਨੂੰ ਸਫਲਤਾ ਕਿਹਾ ਨਹੀਂ ਜਾ ਸਕਦੀ। ਇਹ ਗੁਰਬਾਣੀ ਨੇ ਇੱਕ ਜਿਹੜਾ ਸਿਧਾਂਤ ਹੈ ਉਹ ਸਮਝਾਇਆ ਹੈ ਸਾਨੂੰ, ਜਿਹਦੇ ਤੋਂ ਸੇਧ ਲੈਣੀ ਜ਼ਰੂਰੀ ਹੈ ਕਿ ਜੇ ਅਸੀਂ ਆਪਣੇ ਕਿਸੇ ਕੰਮ ਦੀ ਸਫਲਤਾ ਵਾਸਤੇ, ਆਪਣੇ ਮੁਨਾਫੇ ਵਾਸਤੇ ਕਿਸੇ ਦੂਜੇ ਦਾ ਹੱਕ ਮਾਰਦੇ ਹਾਂ, ਕਿਸੇ ਦੂਜੇ ਦਾ ਬੁਰਾ ਕਰਦੇ ਹਾਂ, ਜਾਂ ਆਪਣੇ ਭਲਾਈ ਵਾਸਤੇ ਕਿਸੇ ਦੂਜੇ ਦੇ ਨਾਲ ਧੱਕਾ ਕਰਦੇ ਹਾਂ, ਜ਼ੁਲਮ ਕਰਦੇ ਹਾਂ, ਤਾਂ ਜੋ ਕੁਝ ਅਸੀਂ ਦੁਨਿਆਵੀ ਤੌਰ ਦੇ ਉੱਤੇ ਹਾਸਲ ਕਰ ਵੀ ਲੈਂਦੇ ਹਾਂ, ਚਾਹੇ ਉਹ ਧਨ ਪਦਾਰਥ ਹੈ, ਚਾਹੇ ਕੋਈ ਹੋਰ ਪਦਵੀ ਹੈ, ਕੋਈ ਜੋ ਵੀ ਕੋਈ ਸਫਲਤਾ ਹੈ, ਤਾਂ ਉਹ ਹਾਸਲ ਕੀਤੀ ਹੋਈ ਸਫਲਤਾ ਵੀ ਗੁਰੂ ਦੀਆਂ ਨਜ਼ਰਾਂ ਦੇ ਅੰਦਰ ਉਹ ਕੋਈ ਸਫਲਤਾ ਨਹੀਂ ਮੰਨੀ ਜਾ ਸਕਦੀ। ਗੁਰੂ ਸਾਹਿਬ ਕਹਿੰਦੇ ਹਨ ਬੁਰਾ ਕਰੇ ਸੋ ਕਿਹਾ ਸਿੱਝੈ। ਕਿਹੀ ਸਫਲਤਾ ਹੈ, ਇਹ ਕਿਹੋ ਜਿਹੀ ਸਫਲਤਾ ਹਾਸਲ ਕੀਤੀ ਹੈ? ਕੋਈ ਕਾਮਯਾਬੀ ਨਹੀਂ ਹੈ। ਇਹ ਕਿਹਾ ਲਫ਼ਜ਼ ਜਿਹੜਾ ਕੁਐਸਚਨ ਮਾਰਕ ਵਾਲਾ ਹੈ ਨਾ, ਉਹਦਾ ਭਾਵ ਅਰਥ ਇਹ ਹੁੰਦਾ ਹੈ ਕਿ ਭਈ ਇਹ ਨਹੀਂ ਹੈ। ਜਿਵੇਂ ਇਹ ਕਿਨੇ ਹੀ ਚਾਕਰੀ ਜਿਤ ਭਉ ਖਸਮ ਨਾ ਜਾਏ, ਵੀ ਇਹ ਕਿਹੋ ਜਿਹੀ ਨੌਕਰੀ ਹੈ ਕਿ ਜੇ ਮਾਲਕ ਦਾ ਤੋਂ ਜਿਹੜਾ ਹੈ ਡਰ ਮਨ ਦੇ ਅੰਦਰੋਂ ਨਹੀਂ ਜਾਂਦਾ, ਮਾਲਕ ਤੋਂ ਡਰ ਹੀ ਲੱਗਦਾ ਰਹਿੰਦਾ ਹੈ। तो नौकर का काम ही ऐसे करने वाला होना चाहिए, चाकर ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਜਿਹਦੇ ਉੱਤੇ ਮਾਲਕ ਦੀ ਖੁਸ਼ੀ ਹੋਵੇ, ਜਿਹੜਾ ਮਾਲਕ ਦੇ ਹੁਕਮ ਨੂੰ ਮੰਨ ਕੇ ਉਹਦੇ ਮੁਤਾਬਕ ਕਾਰ ਕਰੇ। ਤੇ ਜਿਹਨੂੰ ਇਹ ਡਰ ਹੋਵੇ ਕਿ ਹੁਣ ਮੈਂ ਹੇਰਾਫੇਰੀ ਕਰ ਰਿਹਾ ਵਾਂ, ਫੜਿਆ ਜਾਵਾਂਗਾ, ਸਜ਼ਾ ਮਿਲੇਗੀ, ਤੇ ਉਹ ਕਾਹਦੀ ਚਾਕਰੀ ਕਰ ਰਿਹਾ? ਉਹ ਤਾਂ ਬੇਈਮਾਨੀ ਕਰ ਰਿਹਾ ਹੈ। तो किने ही तो इसे तरह ही होर भी कई ਥਾਂ ਤੇ ਆਉਂਦੇ ਹਨ ਕਿ ਕਾਹੇ ਕਾਹੇ ਜਗ ਆਏ ਰਾਮ ਰਾਜੇ। ਇਸ ਤਰ੍ਹਾਂ ਹੈਗਾ ਨਾ ਕਿ ਜਿਹੜੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਤੇ ਉਹ ਜਗਤ ਵਿੱਚ ਕਾਹਦੇ ਵਾਸਤੇ ਆਏ? तो ਉਹਦਾ ਭਾਵ ਇਹ ਹੁੰਦਾ ਹੈ ਕਿ ਵੀ ਉਹਨਾਂ ਦਾ ਆਇਆ ਵੀ ਸਫਲ ਨਹੀਂ ਹੈ, ਕਿਸੇ ਅਰਥ ਨਹੀਂ ਹੈ। तो ਇੱਥੇ ਵੀ ਕਿਹਾ ਸਿੱਝੈ ਕਾਹਦੀ ਸਫਲਤਾ ਹੈ? ਭਾਵ ਕੋਈ ਸਫਲਤਾ ਨਹੀਂ ਮੰਨੀ ਜਾ ਸਕਦੀ ਜੇ ਬੁਰਾ ਕਰੇ ਸੋ ਕਿਹਾ ਸਿੱਝੈ। ਜਿਹੜਾ ਮਨੁੱਖ ਦੂਜਿਆਂ ਦੇ ਨਾਲ ਭੈੜ ਕਮਾਉਂਦਾ ਹੈ ਉਹ ਜ਼ਿੰਦਗੀ ਵਿੱਚ ਕਾਮਯਾਬ नहीं समझा जा सकता। क्यों जो कामयाब है? नहीं कामयाब।
ਤੇ ਹੋਰ ਉਹਦੀ ਹਾਲਤ ਕੀ ਹੁੰਦੀ ਹੈ, ਆਪਣੇ ਰੋਹ ਆਪੇ ਹੀ ਦੱਜੈ। ਰੋਹ ਦਾ ਮਤਲਬ ਹੁੰਦਾ ਹੈ ਗੁੱਸਾ, ਕ੍ਰੋਧ। ਉਹ ਆਪਣੇ ਗੁੱਸੇ ਦੇ ਵਿੱਚ ਆਪ ਹੀ ਦੱਜੈ। ਦੱਜੈ ਦਾ ਭਾਵ ਹੁੰਦਾ ਹੈ ਸੜਦਾ ਹੈ। ਤੋ ਐਸਾ ਮਨੁੱਖ ਜਿਹੜਾ ਦੂਜਿਆਂ ਦੇ ਨਾਲ ਬੁਰਾ ਕਰਦਾ ਹੈ, ਆਮ ਤੌਰ ਤੇ ਹੁੰਦਾ ਕੀ ਹੈ ਕਿ ਇਨਸਾਨ ਆਪਣੇ ਵਿਕਾਰਾਂ ਦੀ ਪੂਰਤੀ ਕਰਨ ਵਾਸਤੇ ਜਿਹੜੀ ਚੀਜ਼ ਵੀ ਉਹਦੇ ਰਾਹ 'ਚ ਰੁਕਾਵਟ ਬਣੇ, ਉਹਦੇ ਉੱਤੇ ਉਹ ਕ੍ਰੋਧਿਤ ਹੋ ਜਾਂਦਾ ਹੈ। ਕਹਿੰਦੇ ਹਨ ਨਾ ਕਿ ਜਿਹੜੀ ਚੀਜ਼ ਜਿਹੜੇ ਵਜ੍ਹਾ ਕਰਕੇ ਇਨਸਾਨ ਦੀ ਹਉਮੈ ਦੇ ਪੂਰਤੀ ਦੇ ਰਾਹ 'ਚ ਰੁਕਾਵਟ ਆਵੇ, ਤਾਂ ਇਨਸਾਨ ਨੂੰ ਕ੍ਰੋਧ ਆ ਜਾਂਦਾ ਹੈ। ਜੇ ਉਹਦੇ ਲੋਭ ਦੀ ਪੂਰਤੀ ਦੇ ਰਾਹ 'ਚ ਕੋਈ ਰੁਕਾਵਟ ਆ ਜਾਵੇ, ਤਾਂ ਉਹਨੂੰ ਕ੍ਰੋਧ ਆ ਜਾਂਦਾ ਹੈ। ਤੇ ਜੇ ਉਹਦੇ ਕਾਮ ਪੂਰਤੀ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਬਣੇ, ਤਾਂ ਵੀ ਉਸਨੂੰ ਕ੍ਰੋਧ ਆ ਜਾਂਦਾ ਹੈ। ਤੇ ਇਹਦੇ ਆਪੋਜ਼ਿਟ ਜਿਹੜੇ ਇਹਨਾਂ ਤਿੰਨਾਂ ਵਿਕਾਰਾਂ ਦੀ ਪੂਰਤੀ ਦੇ ਵਾਸਤੇ ਸਹਾਈ ਹੋ ਜਾਣ, ਉਹਨੂੰ ਸਪੋਰਟ ਕਰਨ, ਉਹਦੀ ਹੈਲਪ ਕਰਨ, ਉਹਨਾਂ ਨਾਲ ਉਹਦਾ ਮੋਹ ਪੈ ਜਾਂਦਾ ਹੈ। ਤੋ ਇਹ ਮੋਹ ਔਰ ਕ੍ਰੋਧ ਜਿਹੜੇ ਹਨ, ਇੱਕ ਤਰੀਕੇ ਦੇ ਨਾਲ ਇਹ ਬਾਕੀ ਦੇ ਤਿੰਨ ਵਿਕਾਰਾਂ ਦੇ ਮਗਰ ਚੱਲਦੇ ਹਨ। ਤੋ ਮੋਹ ਉਪਜਦਾ ਹੈ ਕਾਮ, ਲੋਭ ਅਤੇ ਹੰਕਾਰ ਦੀ ਪੂਰਤੀ ਦੇ ਹੈਲਪਫੁਲ ਹੋਣ ਵਾਲਿਆਂ ਦੇ ਨਾਲ ਮੋਹ ਹੋ ਜਾਂਦਾ ਹੈ। ਜਿਹੜੇ ਰੁਕਾਵਟ ਬਣ ਜਾਂਦੇ ਹਨ, ਉਹਨਾਂ ਦੇ ਨਾਲ ਕ੍ਰੋਧ ਆ ਜਾਂਦਾ ਹੈ। ਤੋ ਦੁਨਿਆਵੀ ਚੀਜ਼ਾਂ ਦੀ ਪ੍ਰਾਪਤੀ ਕਰਨ ਵਾਸਤੇ ਹਰ ਜਾਇਜ਼ ਨਾਜਾਇਜ਼ ਕੰਮ ਕਰਨ ਵਾਲਾ ਬੰਦਾ, ਜਿਹੜਾ ਦੂਜਿਆਂ ਦੇ ਨਾਲ ਬੁਰਾਈ ਕਰਨ ਵਾਸਤੇ ਵੀ ਤਤਪਰ ਰਹਿੰਦਾ ਹੈ, ਉਹਨੂੰ ਉਹਦੇ ਆਪਣੇ ਮਨੋਰਥ ਪੂਰਤੀ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਆਵੇ, ਤਾਂ ਉਹਨੂੰ ਉਹਦੇ ਉੱਤੇ ਗੁੱਸਾ ਆਉਣਾ ਉਹਦਾ ਕੁਦਰਤੀ ਸੁਭਾਅ ਹੀ ਹੈ। ਤੋ ਉਸੇ ਅਵਸਥਾ ਦੀ ਵਰਣਨ ਜਿਹੜਾ ਹੈ ਇਸ ਦੂਜੀ ਪੰਕਤੀ 'ਚ ਗੁਰੂ ਸਾਹਿਬ ਕਰ ਰਹੇ ਹਨ ਕਿ ਆਪਣੇ ਰੋਹ ਆਪੇ ਹੀ ਦੱਜੈ। ਐਸਾ ਮਨੁੱਖ ਜਦੋਂ ਉਹਦੇ ਆਪਣੇ ਸਵਾਰਥ ਦੀ ਪੂਰਤੀ ਨਹੀਂ ਹੁੰਦੀ, ਤਾਂ ਉਹ ਆਪਣੇ ਗੁੱਸੇ ਦੇ ਵਿੱਚ ਆਪ ਹੀ ਸੜਦਾ ਰਹਿੰਦਾ ਹੈ। ਉਹਨੂੰ ਹਰ ਉਸ ਇਨਸਾਨ ਦੇ ਉੱਤੇ ਗੁੱਸਾ ਆਉਂਦਾ ਹੈ ਜਿਹੜਾ ਉਹਦੇ ਸਵਾਰਥ ਪੂਰਤੀ ਦੇ ਰਾਹ ਦੇ ਵਿੱਚ ਰੁਕਾਵਟ ਬਣਦਾ ਹੈ। ਉਹ ਉਹਦੇ ਨਾਲ ਧੱਕਾ ਵੀ ਕਰਦਾ ਹੈ ਤੇ ਕ੍ਰੋਧ ਵੀ ਕਰਦਾ ਹੈ। ਉਹਦੀ ਹਾਲਤ ਐਸੀ ਹੋਈ ਰਹਿੰਦੀ ਹੈ, ਮਨਮੁਖ ਕਮਲਾ ਰਗੜਾ ਲੁੱਝੈ। ਸਾਰੀ ਜ਼ਿੰਦਗੀ ਉਹਦੀ ਇਸ ਤਰੀਕੇ ਦੀ ਹੀ ਬੀਤ ਜਾਂਦੀ ਹੈ ਕਿ ਬੰਦਾ ਉਹ ਆਪਣੇ ਕ੍ਰੋਧ ਦੇ ਨਾਲ ਤੇ ਲੋਭ ਦੇ ਵਿੱਚ ਹਲਕਾ ਹੋਇਆ ਹੋਇਆ, ਹੰਕਾਰ ਦੇ ਵਿੱਚ ਆਫਰਿਆ ਹੋਇਆ, ਮਾਨੋ ਝੱਲਾ ਹੋਇਆ ਹੁੰਦਾ ਹੈ। ਤੇ ਹਰ ਕਿਸੇ ਦੇ ਨਾਲ ਰਗੜਾ ਲੁੱਝੈ ਦਾ ਭਾਵ ਹੈ ਕਿ ਖੇਬੜਦਾ ਰਹਿੰਦਾ ਹੈ, ਝਗੜਦਾ ਰਹਿੰਦਾ ਹੈ, ਝਗੜੇ ਪਾਉਂਦਾ ਹੈ, ਦੂਜਿਆਂ ਨੂੰ ਬੁਰਾ ਭਲਾ ਆਖਦਾ ਹੈ। ਲੁੱਝੈ ਦਾ ਜੋ ਭਾਵ ਹੁੰਦਾ ਹੈ ਝਗੜਾ ਕਰਨਾ, ਲੜਾਈ ਕਰਨਾ। ਤੇ ਰਗੜਾ ਦਾ ਵੀ ਹੈ ਰਗੜੇ 'ਚ ਪਏ ਰਹਿਣਾ, ਬਹਿਸ ਮੁਬੈਸਾ ਕਰਨਾ, ਕਿਸੇ ਦੇ ਨਾਲ ਖੇਬੜਦੇ ਰਹਿਣਾ, ਬੁਰਾ ਭਲਾ ਕਹਿਣਾ। ਤੋ ਮਨਮੁਖ ਕਮਲਾ ਰਗੜਾ ਲੁੱਝੈ। ਮਨ ਦੇ ਮਗਰ ਤੁਰਨ ਵਾਲਾ ਇਨਸਾਨ ਜਿਹੜਾ ਹੈ, ਉਹ ਫਿਰ ਦੁਨੀਆ ਦੇ ਨਾਲ, ਹੋਰਾਂ ਦੇ ਨਾਲ ਖਹਿੰਦਾ ਰਹਿੰਦਾ, ਝਗੜਦਾ ਰਹਿੰਦਾ ਹੈ, ਲੜਦਾ ਰਹਿੰਦਾ ਹੈ। ਤੇ ਇਉਂ ਬਿਹੇਵ ਕਰਦਾ ਹੈ ਕਿ ਜਿਵੇਂ ਉਹ ਵਾਕਈ ਝੱਲਾ ਹੋਇਆ ਹੈ। ਉਹਨੂੰ ਹੋਰ ਕੋਈ ਸੋਝੀ, ਕੋਈ ਚੱਜ ਆਚਾਰ, ਕੁਛ ਉਹਦੇ ਅੰਦਰ ਕੋਈ ਚੰਗੇ ਗੁਣ ਉਹਦੇ ਅੰਦਰ ਕੋਈ ਹੁੰਦੇ ਹੀ ਨਹੀਂ। ਪਰ ਇਸ ਦੇ ਉਲਟ ਗੁਰਮੁਖ ਹੋਏ ਇਸ ਸਭ ਕੁਝ ਸੁਝੈ। ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ, ਗੁਰੂ ਦੇ ਚਰਨ ਸ਼ਰਨ ਵਿੱਚ ਰਹਿੰਦਾ ਹੈ, ਗੁਰੂ ਦੇ ਦੱਸੇ ਅਨੁਸਾਰ ਜੀਵਨ ਚਲਾਉਂਦਾ ਹੈ, ਤਿਸ ਉਸਨੂੰ ਸਭ ਕੁਝ ਸੁਝੈ। ਉਹਨੂੰ ਜ਼ਿੰਦਗੀ ਦਾ ਹਰ ਭੇਤ ਸਮਝ ਆ ਜਾਂਦਾ ਹੈ। ਉਹਨੂੰ ਪਤਾ ਹੈ ਕਿਹੜੇ ਵਕਤ ਕਿਹੋ ਜਿਹਾ ਕੰਮ ਕਰਨਾ ਚਾਹੀਦਾ ਹੈ। ਉਹਦੀ ਬੁੱਧੀ ਵਿਵੇਕ ਦੀ ਵਰਤੋਂ ਕਰਦੀ ਹੈ। ਉਹ ਗੁਰੂ ਦੀ ਸਿੱਖਿਆ ਦੇ ਅਨੁਸਾਰ ਹੀ ਆਪਣੀ ਸੋਚ ਨੂੰ ਢਾਲਦਾ ਹੈ। ਤੇ ਉਹ ਸਾਰੇ ਕਰਮ ਜਿਹੜਾ ਹੈ ਸੋਚ ਸਮਝ ਕੇ, ਸਿਆਣਪ ਦੇ ਨਾਲ, ਸੂਝ-ਬੂਝ ਦੇ ਨਾਲ ਕਰਦਾ ਹੈ, ਸੁਚੱਜੇ ਢੰਗ ਦੇ ਨਾਲ ਕਰਦਾ ਹੈ। ਉਹ ਰਗੜਾ ਲੁੱਝੇ ਵਾਲੇ ਅਵਸਥਾ 'ਚ ਨਹੀਂ ਜਾਂਦਾ। ਉਹ ਆਪਣੇ ਰੋਹ ਦੇ ਵਿੱਚ ਆਪ ਹੀ ਨਹੀਂ ਦੱਜਦਾ। ਉਹ ਨਾ ਹੀ ਕ੍ਰੋਧ ਵਿੱਚ ਸੜਦਾ ਭੁੱਜਦਾ ਹੈ, ਨਾ ਦੂਜਿਆਂ ਦੇ ਨਾਲ ਲੜਦਾ ਹੈ, ਨਾ ਖਹਿਬੜਦਾ ਹੈ, ਨਾ ਬੁਰਾ ਭਲਾ ਕਹਿੰਦਾ ਹੈ, ਨਾ ਝੱਲੇ ਹੋ ਕੇ ਆਫਰਿਆ ਫਿਰਦਾ ਹੈ। ਗੁਰਮੁਖ ਹੋਏ ਤਿਸ ਸਭ ਕੁਝ ਸੁਝੈ। ਉਹਨੂੰ ਜੀਵਨ ਦੇ ਹਰੇਕ ਭੇਤ ਦੀ ਸੋਝੀ ਹੋ ਜਾਂਦੀ ਹੈ। ਉਹਦੇ ਸਾਰੇ ਕਰਮ ਜਿਹੜੇ ਹਨ ਗੁਰੂ ਦੀ ਸਿੱਖਿਆ ਦੇ ਅਨੁਕੂਲ ਹੁੰਦੇ ਹਨ ਔਰ ਸੁਚੱਜੇ ਹੁੰਦੇ ਹਨ। ਤਾਂ ਉਹ ਲੜਦਾ ਕਿਹਦੇ ਨਾਲ ਹੈ? ਹਾਂ, ਲੜਾਈ ਕਰਦਾ ਹੈ। ਨਾਨਕ ਗੁਰਮੁਖ ਮਨ ਸਿਉ ਲੁੱਝੈ। ਉਹ ਆਪਣੇ ਮਨ ਦੇ ਨਾਲ ਲੜਾਈ ਲੜਦਾ ਹੈ। ਗੁਰਮੁਖ ਜਿਹੜਾ ਹੈ ਮਨ ਸਿਉ ਲੁੱਝੈ, ਆਪਣੇ ਮਨ ਦੇ ਨਾਲ ਲੜਦਾ ਹੈ। ਕਿਉਂ? ਮਨ ਦਾ ਕੁਦਰਤੀ ਸੁਭਾਅ ਤਾਂ ਉਹੀ ਹੈ ਕਿ ਵਿਕਾਰਾਂ ਵਾਲੇ ਪਾਸੇ ਖਿੱਚ ਪੈਂਦੀ ਹੈ। ਦੁਨਿਆਵੀ ਪਦਾਰਥਾਂ ਦੇ ਸਵਾਦ ਚੰਗੇ ਲੱਗਦੇ ਹਨ। ਤਾਂ ਮਨ ਪ੍ਰੇਰਦਾ ਹੈ ਬਾਰ-ਬਾਰ ਕਿ ਇਹ ਕੰਮ ਕਰ ਲੈ, ਇਹ ਕਿਸੇ ਦਾ ਮਾਲ ਲੁੱਟ ਲੈ, ਕਿਸੇ ਦਾ ਹੱਕ ਮਾਰ ਲੈ। ਪਰ ਉਹ ਗੁਰਮੁਖ ਮਨ ਦੇ ਨਾਲ ਝਗੜਾ ਕਰਦਾ ਹੈ। ਨਹੀਂ, ਗੁਰੂ ਦੀ ਮੱਤ ਇਉਂ ਕਹਿੰਦੀ ਹੈ, ਇਹ ਨਹੀਂ ਕਰਨਾ। ਜੋ ਤੂੰ ਕਹਿ ਰਿਹਾ ਉਹ ਗਲਤ ਹੈ।
ਜੋ ਗੁਰੂ ਕਹਿੰਦਾ ਹੈ ਉਹ ਹੈ ਸਹੀ ਮਾਰਗ ਜੀਵਨ ਦਾ। ਤੋ ਗੁਰੂ ਦੇ ਸਨਮੁਖ ਰਹਿਣ ਵਾਲੇ ਦੀ ਆਪਣੇ ਮਨ ਦੇ ਨਾਲ ਬਹਿਸ ਹੁੰਦੀ ਹੈ, ਉਹਦੇ ਨਾਲ ਉਹਦਾ ਆਰਗੂਮੈਂਟ ਹੁੰਦਾ ਹੈ ਤੇ ਉਹ ਮਨ ਦੇ ਉੱਤੇ ਫਿਰ ਫਤਿਹ ਪਾਉਂਦਾ ਹੈ। ਮਨ ਦੀ ਨਹੀਂ ਮੰਨਦਾ, ਉਹ ਮਨਮੁਖ ਨਹੀਂ ਬਣਦਾ, ਉਹ ਮਨ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਇਸ ਲਈ ਉਹਦੀ ਮਨ ਦੇ ਨਾਲ ਤਾਂ ਲੜਾਈ ਆਰਗੂਮੈਂਟ ਚੱਲਦਾ ਹੀ ਰਹਿੰਦਾ ਹੈ। ਤੋ ਇਸ ਸ਼ਲੋਕ ਦੇ ਅੰਦਰ ਵੀ ਕੰਟਰਾਸਟ ਹੈ ਮਨ ਦੇ ਮਗਰ ਚੱਲਣ ਵਾਲੇ ਤੇ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦਾ। ਮਨ ਦੇ ਮਗਰ ਚੱਲਣ ਵਾਲਾ ਬੰਦਾ ਦੂਜਿਆਂ ਦਾ ਹੱਕ ਮਾਰਦਾ ਹੈ, ਦੂਜਿਆਂ ਦਾ ਬੁਰਾ ਕਰਦਾ ਹੈ, ਕ੍ਰੋਧ ਦੇ ਵਿੱਚ ਸੜਦਾ ਭੁੱਜਦਾ ਹੈ, ਹਰ ਕਿਸੇ ਨਾਲ ਲੜਦਾ ਝਗੜਦਾ ਰਹਿੰਦਾ ਹੈ, ਝੱਲਿਆਂ ਵਾਂਗ ਫਿਰਦਾ ਹੈ। ਉਹ ਐਸਾ ਇਨਸਾਨ ਦਾ ਜੀਵਨ ਭਾਵੇਂ ਉਹ ਦੁਨਿਆਵੀ ਮਾਪਦੰਡ ਦੇ ਨਾਲ ਕਿੰਨਾ ਵੀ ਸਫਲ ਹੋਵੇ, ਕੋਈ ਉਹਨੂੰ ਲੋਕੀ ਉਹਨੂੰ ਭਾਵੇਂ ਕਹਿੰਦੇ ਹੋਣ ਕਿ ਇਹ ਬੜਾ ਕਾਮਯਾਬ ਬੰਦਾ ਹੈ, ਇਹ ਦੁਨਿਆਵੀ ਮਾਇਆ ਦੇ ਮਾਪਦੰਡ ਦੇ ਮੁਤਾਬਕ ਇਹ ਬਹੁਤ ਸਫਲ ਇਨਸਾਨ ਹੈ, ਪਰ ਗੁਰੂ ਦੀ ਨਜ਼ਰਾਂ ਦੇ ਵਿੱਚ ਕਿਹਾ ਸਿੱਜਾ ਕਈ ਸਫਲਤਾ ਹੈ, ਉਹ ਕਿਸੇ ਤਰੀਕੇ ਵੀ ਉਹਨੂੰ ਸਫਲ ਗੁਰਬਾਣੀ ਉਸ ਨੂੰ ਨਹੀਂ ਮੰਨਦੀ। ਇਸ ਦੇ ਉਲਟ ਜਿਹੜਾ ਗੁਰਮੁਖ ਹੈ ਉਸ ਨੂੰ ਜੀਵਨ ਦੀ ਸਹੀ ਸੋਝੀ ਰਹਿੰਦੀ ਹੈ। ਉਹ ਮਾਇਆ ਦੇ ਨਾਪਦੰਡ ਦੇ ਮੁਤਾਬਕ ਭਾਵੇਂ ਦੂਜਿਆਂ ਦੇ ਮੁਕਾਬਲੇ ਉਹਨਾਂ ਕਾਮਯਾਬ ਨਾ ਹੋਵੇ, ਪਰ ਆਤਮਿਕ ਜੀਵਨ ਦੇ ਤਲ ਦੇ ਉੱਤੇ ਲੋਕਾਂ ਦੇ ਨਾਲ ਦੂਜਿਆਂ ਦੇ ਨਾਲ ਵਿਵਹਾਰ ਦੇ ਤਲ ਦੇ ਉੱਤੇ ਉਹ ਸੁਚੱਜਾ ਜੀਵਨ ਜਿਉਂਦਾ ਹੈ, ਉਹਨੂੰ ਸਾਰੀ ਚੀਜ਼ਾਂ ਦੀ ਸੋਝੀ ਰਹਿੰਦੀ ਹੈ। ਗੁਰਮੁਖ ਹੋਏ ਤੇ ਸਭ ਕੁਝ ਸੁਝੇ, ਉਹ ਕਦੀ ਵੀ ਆਪਣੇ ਮਨ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ, ਬਲਕਿ ਗੁਰੂ ਦੇ ਉਪਦੇਸ਼ ਦੇ ਆਧਾਰ ਦੇ ਉੱਤੇ, ਗੁਰੂ ਦੇ ਉਪਦੇਸ਼ ਦੇ ਰਾਹੀਂ ਉਹ ਆਪਣੇ ਮਨ ਦੇ ਨਾਲ ਲੁਝਦਾ ਹੈ, ਝਗੜਦਾ ਹੈ, ਮਨ ਨੂੰ ਆਪਣੇ ਅਧੀਨ ਕਰ ਲੈਂਦਾ। ਅਗਲਾ ਸ਼ਲੋਕ ਹੈ ਜੀ, ਸ਼ਲੋਕ ਨੰਬਰ 47। ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਅਨ, ਪਸ਼ੂ ਢੋਰ ਗਾਵਾਰ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰਸੋਂ ਪ੍ਰੀਤ ਨਾ ਪਿਆਰ, ਮਨਮੁਖ ਮੂਏ ਵਿਕਾਰ ਮੈਂ, ਮਰ ਜੰਮੈ ਵਾਰੋ ਵਾਰ। ਜੀਵਦਿਆਂ ਨੂੰ ਮਿਲੇ ਸੋ ਜੀਵਦੇ, ਹਰ ਜਗ ਜੀਵਨ ਉਰ ਧਾਰ, ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ। ਇਸ ਸ਼ਲੋਕ ਦੇ ਅੰਦਰ ਵੀ ਹੁਣ ਮਨਮੁਖਾਂ ਦੀ ਤੇ ਗੁਰਮੁਖਾਂ ਦੀ ਦੋਹਾਂ ਦੀ ਕੰਟਰਾਸਟ ਨਜ਼ਰ ਆ ਰਹੀ ਹੈ। तो पहला गल हो रही है मनमुखा की, जिन्ना सतगुर पुरख ना सेवी, शब्द ना कीतो विचार। वो इंसान जिन्हों ने सतगुर पुरख की शरण नहीं पड़ी, जो सर्व समर्थ है, जो सच्चा गुरु है, जो सबनों उपदेश करता है, जीवन का मार्ग देने वाला है, ਜਿਹੜਾ ਨੇ ਉਹਦੀ ਸ਼ਰਨ ਵਿੱਚ ਨਾ ਪੈ ਕੇ ਤੇ ਉਹਦੇ ਸ਼ਬਦ ਭਾਵ ਉਹਦੇ ਉਪਦੇਸ਼ ਦੀ ਕਦੀ ਵਿਚਾਰ ਨਹੀਂ ਕੀਤੀ। ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੀ ਵੀ ਸ਼ਬਦ ਦੇ ਰਾਹੀਂ ਨਾ ਕੀਤੋ ਵਿਚਾਰ, ਸ਼ਬਦ ਦੇ ਵਿੱਚ ਜੁੜ ਕੇ ਵਿਚਾਰ ਨਹੀਂ ਕੀਤੀ। ਤਾਂ ਐਸੇ ਇਨਸਾਨਾਂ ਦੇ ਬਾਰੇ ਗੁਰੂ ਸਾਹਿਬ ਦਾ ਕੀ ਜਜਮੈਂਟ ਹੈ, ਕੀ ਉਹਨਾਂ ਦਾ ਨਿਰਣਾ ਹੈ? ਓਏ ਮਾਨਸ ਜੂਨ ਨਾ ਆਖੀਅਨ, ਪਸ਼ੂ ਢੋਰ ਗਵ। ਕਹਿੰਦੇ ਹਨ ਕਿ ਐਸੇ ਇਨਸਾਨ ਨੂੰ ਤਾਂ ਮਨੁੱਖ ਜਨਮ ਲੈਣ ਦੇ ਬਾਵਜੂਦ ਵੀ ਮਨੁੱਖ ਮੰਨਣਾ ਹੀ ਨਹੀਂ ਚਾਹੀਦਾ। ਉਹ ਤਾਂ ਮਾਨੋ ਪਸ਼ੂ ਨੇ, ਢੋਰ ਨੇ, ਗਵਾਰ ਨੇ। ਢੋਰ ਵੀ ਪਸ਼ੂਆਂ ਵਾਸਤੇ ਇੱਕ ਪਰਿਆਇਵਾਚੀ ਹੈ, ਸੇਮ ਹੀ ਲਫ਼ਜ਼ ਹੈ। ਢੋਰ ਦਾ ਅਰਥ ਵੀ ਪਸ਼ੂ ਹੀ ਹੁੰਦਾ ਹੈ, ਤੇ ਜਾਂ ਜਿਹੜਾ ਮਰਿਆ ਹੋਇਆ ਪਸ਼ੂ ਹੈ ਜਿਵੇਂ ਉਹਨੂੰ ਢੋਰ ਕਹਿ ਦਿੰਦੇ ਹਨ। ਇਸ ਤਰ੍ਹਾਂ ਰਵਿਦਾਸ ਜੀ ਦੇ ਸ਼ਬਦ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਢੋਰ ਢੋਵੰਤੇ ਦੀ ਗੱਲ ਉਹਨਾਂ ਨੇ ਕੀਤੀ ਹੈ, ਜਿਹਦਾ ਮਤਲਬ ਹੁੰਦਾ ਮਰੇ ਹੋਏ ਪਸ਼ੂ ਨੂੰ ਢੋਣਾ। ਤੋ ਪਸ਼ੂ ਤੇ ਢੋਰ ਮਤਲਬ ਮਰਿਆ ਹੋਇਆ ਪਸ਼ੂ, ਤੇ ਗਵਾਰ ਦਾ ਅਰਥ ਹੈ ਜਿਹੜਾ ਗਵਾਰ ਹੈ, ਨਾ ਸਮਝ ਹੈ, ਜਿਹਨੂੰ ਸੋਝੀ ਨਹੀਂ ਹੈ, ਸਮਝ ਨਹੀਂ ਹੈ। ਤੋ ਜਿਨ੍ਹਾਂ ਸਤਿਗੁਰੂ ਦੀ ਸ਼ਰਨ ਨਹੀਂ ਲਈ, ਗੁਰੂ ਦੇ ਸ਼ਬਦ ਦੇ ਉਪਦੇਸ਼ ਦੀ ਵਿਚਾਰ ਨਹੀਂ ਕੀਤੀ, ਤਾਂ ਮਾਨੋ ਐਸੇ ਇਨਸਾਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਹੈ ਉਹ ਬਿਲਕੁਲ ਹੀ ਵਿਅਰਥ ਕਰ ਦਿੱਤਾ ਹੈ, ਗਵਾ ਲਿਆ ਹੈ। ਤੋ ਜਿਹਨੇ ਮਨੁੱਖਾ ਜਨਮ ਦੇ ਸਟੈਂਡਰਡ ਦੇ ਉੱਤੇ ਆਪਣਾ ਜੀਵਨ ਜੀਵਿਆ ਹੀ ਨਹੀਂ ਹੈ, ਤਾਂ ਫਿਰ ਉਹ ਤਾਂ ਨੀਵੇਂ ਸਟੈਂਡਰਡ ਵਾਲਾ ਹੀ ਜੀਵਨ ਜੀਵਿਆ ਨਾ, ਤਾਂ ਪਸ਼ੂਆਂ ਦੇ ਨਾਲ ਹੀ ਉਹਦੀ ਬਰਾਬਰੀ ਕੀਤੀ ਜਾ ਸਕਦੀ ਹੈ। ਤਾਂ ਗੁਰੂ ਸਾਹਿਬ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਨਹੀਂ ਕੀਤੀ,
गुरु की शरण लैके अपने जीवन जांच नहीं सीखी, ओए मानस जून ना आखियन पशु ढोर गवार। वो तो पशुओं वर्गे हैं, गवारां वर्गे हैं, उन्होंने अंदर आत्मक सोझी बिल्कुल है ही नहीं है। उन्होंने अंतर ज्ञान ना ध्यान है, हरसों प्रीत ना प्यार। उन्होंने अंदर ना आत्मक जीवन की सोझी है, ना प्रभु चरना की लगन है, ना प्रभु नाल प्यार है। तो ये सारे इको ही इशारा दे रहे हैं कि उन्होंने अंदर आत्मक ज्ञान नहीं है, ਉਹ ਜਿਹੜੀ ਲਗਨ ਨਹੀਂ ਹੈ ਪਰਮਾਤਮਾ ਦੇ ਵਾਸਤੇ, ਕੋਈ ਧਿਆਨ ਨਹੀਂ ਹੈ, ਨਾ ਪਰਮਾਤਮਾ ਦੇ ਨਾਲ ਪ੍ਰੀਤ ਹੈ ਨਾ ਪਿਆਰ ਹੈ। ਇਹ ਭਾਵ ਇੱਕੋ ਹੀ, ਪ੍ਰੀਤ ਔਰ ਪਿਆਰ ਦਾ ਇੱਕੋ ਹੀ ਭਾਵ ਹੈ ਕਿ ਨਾ ਪ੍ਰਭੂ ਚਰਨਾਂ ਦੀ ਲਗਨ ਹੈ ਨਾ ਪਿਆਰ ਹੈ। ਭਾਵ ਜੋ ਵੀ ਮਨੁੱਖਾ ਜੀਵਨ ਦੇ ਅੰਦਰ ਆ ਕੇ ਜੋ ਆਤਮਕ ਉੱਚਤਾ ਹਾਸਲ ਕਰਨ ਵਾਸਤੇ ਜੋ ਕੁਝ ਵੀ ਕਰਨਾ ਬੰਦਾ ਸੀਗਾ, ਉਹ ਐਸੇ ਇਨਸਾਨਾਂ ਦੇ ਅੰਦਰ ਸਭ ਕੁਝ ਹੀ ਮਿਸਿੰਗ ਹੈ, ਕੁਝ ਵੀ ਨਹੀਂ ਹੈ। तो फिर ਉਹ ਕਾਹਦੇ ਇਨਸਾਨ ਨੇ? ਉਹ ਤਾਂ ਪਸ਼ੂ ਢੋਰ ਗਵਾਰ ਵਰਗੇ ਹੀ ਹਨ। तो मनमुख मुए विकार में मर जम्मे वारो। ਉਹ ਫਿਰ ਆਪਣੇ ਮਨ ਦੇ ਮਗਰ ਲੱਗ ਕੇ ਆਤਮਿਕ ਤੌਰ ਦੇ ਉੱਤੇ ਮਾਨੋ ਮਰੇ ਹੋਏ ਹੀ ਹੁੰਦੇ ਹਨ ਤੇ ਵਿਕਾਰਾਂ ਦੇ ਅੰਦਰ ਹੀ ਮੁੜ ਮੁੜ ਕੇ ਜਿਵੇਂ ਮਰਦੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਤੇ ਵਾਰੋ ਵਾਰ ਮਰਦੇ ਹਨ ਤੇ ਜੰਮਦੇ ਹਨ। ਕਿਉਂਕਿ ਕਰਮ ਵਿਕਾਰਾਂ ਦੇ ਅਧੀਨ ਰਹਿ ਕੇ ਜਿਹੜੇ ਵੀ ਉਹ ਕਰਮ ਕਰਨਗੇ, ਉਹ ਐਸੇ ਕਰਮ ਹੋਣਗੇ ਜਿਨ੍ਹਾਂ ਦੇ ਕਰਕੇ ਫਿਰ ਉਹ ਉਹਨਾਂ ਨੂੰ परमात्मा के नाल नेड़ता हासिल तो होनी ही नहीं है, कोई सवाल ही नहीं पैदा होता, क्योंकि ना उन्होंने अंदर प्रीत है, ना उन्होंने अंदर ये विचार ही कभी आता है। तो सारे उन्होंने कर्म जड़े हैं वो केवल माया के अर्थ ही होंगे हैं। तो ऐसे कर्म करन दे करके जो जिस तरीके से कर्म करते हैं हमें अहंकार के अधीन, तो उन्होंने मुड़ मुड़ के फिर जन्म मरण के गेड़ में पैना ही पैंदा है। वो हर वेले मानो आत्मक मौत सहेड़ी रखते हैं, वो आत्मक उन्होंने अंदर कभी सोझी आती नहीं है। मनमुख मोए विकार में मर जम्मे वारो वार, मुड़ मुड़ के मरते हैं जमते हैं। तो इस तरीके दे नाल ही उन्होंने जिहड़ी है ये गेड़ उन्होंने चलता ही रहता है। पर गुरमुखों की गल करदे गुरु साहब कहते हैं कि जीवनिया नो मिले जीवदिया नो मिले सो जीवदे हर जग जीवन उरतार। ਜਿਹੜਾ ਮਨੁੱਖ ਆਤਮਿਕ ਜੀਵਨ ਵਾਲੇ ਮਨੁੱਖਾਂ ਨੂੰ ਮਿਲਦਾ, ਜੀਵਦਿਆਂ ਨੂੰ ਮਿਲਿਆ, ਜਿਨ੍ਹਾਂ ਦਾ ਆਤਮਿਕ ਜੀਵਨ ਕਾਇਮ ਹੈ, ਜਿਹੜੇ ਆਤਮਿਕ ਤੌਰ ਦੇ ਉੱਤੇ ਜੀਵਦੇ ਹਨ, ਜਾਗਦੇ ਹਨ, ਆਤਮਿਕ ਸੋਝੀ ਜਿਨ੍ਹਾਂ ਨੂੰ ਹੈ, ਉਹ ਜੀਵਦੇ ਹਨ। ਅਸਲ ਜੀਵਨ ਤਾਂ ਉਹਨਾਂ ਦਾ ਹੀ ਹੈ, ਉਹ ਇਨਸਾਨ ਆਖੇ ਜਾ ਸਕਦੇ ਹਨ। ਔਰ ਉਹਨਾਂ ਨੇ ਤਾਂ ਹਮੇਸ਼ਾ ਆਪਣੇ ਹਿਰਦੇ ਦੇ ਅੰਦਰ ਇਸ ਜਗਤ ਦੇ ਮਾਲਕ, ਸਾਰੇ ਜਗਤ ਦਾ ਜੋ ਜੀਵਨ ਦਾ ਆਧਾਰ ਪ੍ਰਮਾਤਮਾ ਹੈ, हरि है, उसनों उन्होंने अपने हृदय के अंदर टिकाया हुंदा है। हर समय उन्होंने अंदर उस परमात्मा की हरि की याद टिकी रहती है। तो ऐसे इंसानों की ही संगत करन वाले ही जीवदे आखे जाते हैं। जीवदियां नूं मिलै सो जीवदे हर जग जीवन वरतार। तो जिहड़ा मनुख आत्मक जीवन वाले मनुखों नूं मिलता है, वो ही सारे जगत का जीवन हरि नूं हृदय च वसा के आत्मक जीवन वाला कहा जा सकता है, उसे नूं ही जीवदा मन्निया जा सकता है। दूजे तो वास्ते तो गुरु साहब ने फरमाया है कि वह मानस जून ना आखियन पशु ढोर गवार। सो जेड़े मनमुख हैं वो पशुओं की न्यायी हैं, असल जीवदे वही हैं जेड़े जीवदियां नूं मिलते हैं, जेड़े सत्संगत करते हैं, जेड़े आत्मक तौर पर जीवते हैं, उन्हां दी संगत विच रह के जगत के आधार, जगत के जीवन परमात्मा नूं जेड़े हृदय च वसा लैंदे हैं। तो ऐसे ही इंसान हैं जेड़े फिर परमात्मा की हजूरी च, परमात्मा की दरगाह दे विच सोहणे लगते हैं, सन्मान पाते हैं, उन्होंने उत्थे शोभा हुंदी है। नानक गुरमुख सोहणे कित सच्चा दरबार। उस सच्चे प्रभु के दरबार के विच वो गुरमुख जिहड़े हैं वो सोहणे लगते हैं, उन्हों का सन्मान हुंदा है, उत्थे शोभा पाते हैं, इज्जत मान मिलता है। तो ये गल जिहड़ी है प्रभु के दरबार के विच शोभा मिलन दी, उत्थे आओ बैठ आदर शुभ देव वाली गल भी आती है। तो ये जिहड़ा इस तरीके की स्टेटमेंट है गुरबाणी च अनेकों वारी आई है। तो कई बारी लोग सवाल कर भी लेंदे हैं कि ये प्रभु का दरबार है किहड़ा, कित्थे हैगा ये दरबार। तो ये गल ये गल अगे भी बड़ी बार असीं विचार की है कि जिथे भी कोई गल प्रभु की दरगाह की, प्रभु के दरबार की आती है,
ਉਹਦਾ ਇਹ ਭਾਵ ਨਹੀਂ ਹੈ ਵੀ ਇਹ ਕੋਈ ਫਿਜ਼ੀਕਲ ਲੋਕੇਸ਼ਨ ਕਿਸੇ ਖਾਸ ਬਿਲਡਿੰਗ ਦੀ, ਕਿਸੇ ਖਾਸ ਮਹਿਲ ਦੀ, ਕੋਈ ਖਾਸ ਕਿਸੇ ਸ਼ਹਿਰ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਪ੍ਰਭੂ ਦਾ ਦਰਬਾਰ ਲੱਗਦਾ ਹੈ। ਜਾਂ ਜੇ ਈਵਨ ਜਪਜੀ ਦੇ ਅੰਦਰ ਵੀ ਜੇ ਪ੍ਰਭੂ ਦੇ ਸਿਫਤ ਸਲਾਹ ਕਰਦਿਆਂ ਹੋਇਆਂ ਉਹਦੇ ਦਰਬਾਰ ਦਾ ਨਕਸ਼ਾ ਗੁਰੂ ਸਾਹਿਬ ਨੇ ਸੋਦਰ ਦੀ ਪੌੜੀ 'ਚ ਖਿੱਚਿਆ ਹੈ ਕਿ ਸੋਦਰ ਤੇਰਾ ਕਿਹਾ ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਉਹ ਤੇਰਾ ਦਰ ਕਿਹੋ ਜਿਹਾ ਹੈ, ਉਹ ਤੇਰਾ ਘਰ ਕਿਹੋ ਜਿਹਾ ਹੈ, ਤੇ ਕੀ ਉਹ ਕੋਈ ਫਿਜ਼ੀਕਲ ਘਰ ਹੈ, ਕੋਈ ਫਿਜ਼ੀਕਲ ਦਰ ਦੀ ਗੱਲ ਹੋ ਰਹੀ ਹੈ। ਇਹ ਸ਼ਬਦਾਵਲੀ ਵਰਤਨੀ ਸਾਨੂੰ ਸਮਝਾਉਣ ਵਾਸਤੇ ਇਹ ਜ਼ਰੂਰਤ ਹੈ, ਮਜਬੂਰੀ ਹੈ ਗੁਰੂ ਸਾਹਿਬ ਨੂੰ ਜੋ ਕਰਨਾ ਪੈਂਦਾ ਹੈ ਸਾਨੂੰ ਸਮਝਾਉਣ ਵਾਸਤੇ। ਕਾਰਨ ਕੀ ਹੈ ਕਿ ਆਮ ਇਨਸਾਨ ਨੂੰ ਜੋ ਐਬਸਟ੍ਰੈਕਟ ਕੁਆਲਿਟੀਜ਼ ਨੇ, ਜੋ ਐਬਸਟ੍ਰੈਕਟ ਗੁਣ ਨੇ, ਜਿਨ੍ਹਾਂ ਦਾ ਸਥੂਲ ਕੋਈ ਸਾਈਜ਼ ਨਹੀਂ ਹੈ, ਕੋਈ ਆਕਾਰ ਨਹੀਂ ਹੈ, ਉਹਨਾਂ ਦੇ ਬਾਰੇ ਗੱਲ ਸਮਝਣੀ ਜਿਹੜੀ ਹੈ ਉਹ ਸੌਖੀ ਨਹੀਂ ਹੁੰਦੀ। तो कोई भी चीज अगर जे एब्स्ट्रैक्ट चीज ਨੂੰ ਸਮਝਾਣਾ ਹੋਵੇ, ਮੈਸੇਜ ਕਨਵੇ ਕਰਨਾ ਹੋਵੇ ਤਾਂ ਉਹਦੇ ਵਾਸਤੇ ਕੋਈ ਨਾ ਕੋਈ ਕੰਪੈਰੀਜ਼ਨ ਐਸੀ ਚੀਜ਼ ਦੇ ਨਾਲ ਦੇਣਾ ਪੈਂਦਾ ਹੈ ਜਿਨ੍ਹਾਂ ਚੀਜ਼ਾਂ ਦੇ ਨਾਲ ਆਮ ਇਨਸਾਨਾਂ ਦੀ, ਦੁਨੀਆਦਾਰਾਂ ਦੀ ਫੈਮਿਲਿਅਰਿਟੀ ਹੁੰਦੀ ਹੈ, ਤਾਂ ਉਹਦੇ ਨਾਲ ਕੰਪੇਅਰ ਕਰਕੇ ਫਿਰ ਉਹਦੇ ਵਿੱਚੋਂ ਜਿਹੜੇ ਉਹਦੀ ਕੁਆਲਿਟੀਆਂ ਨੇ ਉਹਨਾਂ ਨੂੰ ਕੰਪੇਅਰ ਕਰਕੇ ਤੇ ਫਿਰ ਪਰਮਾਤਮਾ ਦੇ ਗੁਣਾਂ ਦੀ ਗੱਲ ਕਰਦਿਆਂ ਹੋਇਆਂ ਵੀ ਇਹ ਸਭ ਤੋਂ ਉੱਚਾ ਹੈ, ਸਭ ਤੋਂ ਵਧੀਆ। ਵੀ ਜੇ ਤੂੰ ਕੋਈ ਚੀਜ਼ ਦੇਖੀ ਹੈ ਜਿਹਦੀ ਖੁਸ਼ਬੂ ਸਭ ਤੋਂ ਸੋਹਣੀ ਹੈ ਤਾਂ ਪਰਮਾਤਮਾ ਦੀ ਖੁਸ਼ਬੂ ਜਿਹੜੀ ਉਹ ਸਾਰੀ ਖੁਸ਼ਬੂਆਂ ਤੋਂ ਸਭ ਤੋਂ ਸੋਹਣੀ ਹੈ। ਜੇ ਕੋਈ ਚੀਜ਼ ਤੂੰ ਚਖੀ ਹੈ ਜਿਹੜੀ ਮਿੱਠੀ ਹੈ ਤਾਂ ਪਰਮਾਤਮਾ ਦੇ ਨਾਮ ਦਾ ਜੋ ਰਸ ਹੈ ਉਹ ਸਭ ਮਿੱਠਿਆਂ ਤੋਂ ਚੰਗਾ ਮਿੱਠਾ ਹੈ। ਜੇ ਕੋਈ ਚੀਜ਼ ਤੂੰ ਉੱਚੀ ਵੇਖੀ ਹੈ ਜਿਹੜੀ ਤੈਨੂੰ ਕੋਈ ਇੰਪ੍ਰੈਸ ਕਰਦੀ ਹੈ ਤਾਂ ਉਹ ਪਰਮਾਤਮਾ ਸਭ ਤੋਂ ਉੱਚੇ ਤੋਂ ਵੀ ਉੱਚਾ ਹੈ। ਜੇ ਤੂੰ ਕੋਈ ਗਹਿਰਾਈ ਵਾਲੀ ਚੀਜ਼ ਦੇਖੀ ਹੈ ਤਾਂ ਉਹ ਸਭ ਤੋਂ ਗਹਿਰੇ ਸਮੁੰਦਰ ਤੋਂ ਵੀ ਗਹਿਰਾ ਹੈ। ਜੇ ਕੋਈ ਵੱਡੀ ਚੀਜ਼ ਹੈ ਕੋਈ ਹੈ ਤਾਂ ਉਹ ਵੱਡੇ ਤੋਂ ਵੀ ਵੱਡਾ ਹੈ। तो इंसान के दिमाग ਦੇ ਵਿੱਚ ਕੁਆਲਿਟੀਜ਼ ਗੁਣ ਉਹ ਸਮਝ ਵਿੱਚ ਪੈਂਦੇ ਹਨ ਜੋ ਉਹਨੇ ਅੱਖਾਂ ਦੇ ਨਾਲ ਵੇਖੇ ਜਾਂ ਜਿਹਨੇ ਕੰਨਾਂ ਨਾਲ ਸੁਣੇ ਜਾਂ ਆਪਣੀ ਜਿਹੜੀ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ, ਉਹਨਾਂ ਦੇ ਨਾਲ ਜਿਨ੍ਹਾਂ ਦਾ ਸੰਪਰਕ ਹੁੰਦਾ ਹੈ। ਕੋਈ ਚੀਜ਼ ਚੱਖ ਕੇ ਦੇਖੀ ਹੈ, ਕੋਈ ਚੀਜ਼ ਕੰਨਾਂ ਨਾਲ ਸੁਣੀ ਹੈ, ਕੋਈ ਅੱਖਾਂ ਨਾਲ ਦੇਖੀ ਹੈ, ਕੋਈ ਹੱਥ ਨਾਲ ਛੂਹ ਕੇ ਦੇਖੀ ਹੈ, ਤਾਂ ਉਹ ਚੀਜ਼ਾਂ ਦੀ ਉਹਨੂੰ ਸਮਝ ਪੈ ਜਾਂਦੀ ਹੈ। तो ਉਹਨਾਂ ਕੁਆਲਿਟੀਜ਼ ਨੂੰ ਉਹ ਅੰਡਰਸਟੈਂਡ ਕਰ ਲੈਂਦਾ ਹੈ। ਹੁਣ ਪਰਮਾਤਮਾ ਦੇ ਵਾਸਤੇ ਜੋ ਨਿਰਾਕਾਰ ਹੈ, ਜੋ ਇੱਕ ਥਾਂ ਦੇ ਉੱਤੇ ਨਹੀਂ ਹੈ, ਉਹ ਸਰਵ ਵਿਆਪਕ ਹੈ, ਉਹਦੇ ਕੋਈ ਆਪਣੇ ਕੋਈ ਨਾ ਸਰੂਪ ਹੈ, ਕੋਈ ਅੱਖਾਂ ਨਹੀਂ ਹਨ, ਕੋਈ ਨੱਕ ਕੰਨ ਨਹੀਂ ਹੈ, ਕੁਝ ਨਹੀਂ ਹੈ। ਪਰ ਇਨਸਾਨ ਨੂੰ ਉਹਦੀ ਗੱਲ ਸਮਝਾਣੀ ਹੈ ਤਾਂ ਫਿਰ ਉਹਦੇ ਵਾਸਤੇ ਉਹਨੂੰ ਇਹਨਾਂ ਹੀ ਲਫ਼ਜ਼ਾਂ ਦਾ ਵਰਣਨ ਕਰਕੇ ਤੇ ਫਿਰ ਉਹਨਾਂ ਗੁਣਾਂ ਦਾ ਜ਼ਿਕਰ ਕਰਨਾ ਪੈਂਦਾ ਹੈ। ਤਾਂ ਇਸੇ ਤਰੀਕੇ ਹੀ ਜਿਹੜਾ ਇਨਸਾਨ ਦੇ ਕੀਤੇ ਹੋਏ ਕਰਮਾਂ ਦੇ ਨਿਬੇੜੇ ਦੀ ਗੱਲ ਕਰਨੀ ਹੈ ਤਾਂ ਇੱਕ ਕਚਹਿਰੀ, ਇੱਕ ਦਰਬਾਰ, ਇੱਕ ਜੱਜ ਦੀ ਗੱਲ, ਇਹ ਵਾਲਾ ਪ੍ਰਕਰਨ ਆਮ ਤੌਰ ਤੇ ਵਰਤਣਾ ਪੈਂਦਾ ਹੈ। ਤੇ ਇਸੇ ਲਈ ਉਹ ਧਰਮਰਾਜ ਦਾ ਜਿਹੜਾ ਕਨਸੈਪਟ ਹੈ ਉਹਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਦੁਨੀਆ ਵਾਲਿਆਂ ਨੂੰ ਪਤਾ ਹੈ ਕਿ ਦੁਨੀਆ ਦੇ ਅੰਦਰ ਕਚਹਿਰੀ ਹੁੰਦੀ ਹੈ, ਉੱਥੇ ਬੰਦੇ ਦੇ ਕੇਸ ਦੀ ਫਾਈਲ ਦੇਖ ਕੇ ਤੇ ਜੱਜ ਜਿਹੜਾ ਹੈ ਉਹਦੇ ਵਾਸਤੇ ਉਹਨੂੰ ਜਾਂ ਸਜ਼ਾ ਦਿੰਦਾ ਹੈ ਜਾਂ ਉਹਨੂੰ ਬਰੀ ਕਰਦਾ ਹੈ, ਜਾਂ ਉਹਦੇ ਹੱਕ 'ਚ ਫੈਸਲਾ ਕਰਦਾ ਹੈ ਜਾਂ ਉਹਦੇ ਅਗੇਂਸਟ ਫੈਸਲਾ ਕਰਦਾ ਹੈ। तो ਕੀਤੇ ਹੋਏ ਕਰਮਾਂ ਦੇ ਮੁਤਾਬਕ ਫੈਸਲਾ ਹੁੰਦਾ ਹੈ। ਉਸੇ ਪ੍ਰਕਰਨ ਨੂੰ ਵਰਤ ਕੇ ਹੀ ਧਰਮਰਾਜ ਦਾ ਜਿਹੜਾ ਕਨਸੈਪਟ ਹੈ ਉਹਨੂੰ ਯੂਜ਼ ਕੀਤਾ ਜਾਂਦਾ ਹੈ। ਤੇ ਜਿਹੜਾ ਫਿਰ ਸਿਧਾਂਤ ਜਿਹੜਾ ਆਪੇ ਬੀਜ ਆਪੇ ਹੀ ਖਾ ਵਾਲਾ, ਉਹ ਵੀ ਉਹ ਇਹ ਬੀਜ ਔਰ ਖਾਣ ਦੀ ਗੱਲ ਵੀ ਜਿਹੜੀ ਹੈ ਉਹ ਵੀ ਦੁਨਿਆਵੀ ਚੀਜ਼ਾਂ ਦੇ ਮਿਸਾਲ ਲੈ ਕੇ ਹੀ ਸਮਝਾਈ ਜਾ ਰਹੀ ਹੈ ਕਿ ਵੀ ਜੋ ਹਰ ਇੱਕ ਨੂੰ ਪਤਾ ਹੈ ਵੀ ਇਨਸਾਨ ਮੈਂ ਜਿਹੜੀ ਬੀਜ ਫਸਲ ਦਾ ਬੀਜ ਬੀਜਾਂਗਾ ਉਹੀ ਫਸਲ ਉੱਗੇਗੀ। ਇਹ ਤਾਂ ਹੋ ਨਹੀਂ ਸਕਦਾ ਨਾ ਕਿ ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ, ਜਿਵੇਂ ਫਰੀਦ ਜੀ ਦੇ ਸ਼ਲੋਕ ਦੇ ਵਿੱਚ ਗੱਲ ਆਉਂਦੀ ਹੈ ਕਿ ਬਈ ਬੰਦਾ ਕਿੱਕਰ ਦਾ ਬੀਜ ਬੀਜੇ ਤੇ ਸੋਚੇ ਕਿ ਮੈਨੂੰ ਉਸ ਬੂਟੇ ਤੋਂ ਬਿਜੌਰੀ ਦਾਖਾਂ ਮਿਲ ਜਾਣ, ਨਾਮੁਮਕਿਨ ਹੈ। ਤਾਂ ਇਸੇ ਤਰੀਕੇ ਹੀ ਜਿਹੜੇ ਵਿਕਾਰੀ ਜੀਵਨ ਵਿਚਕਾਰੀ ਕਰਮ ਕਰਨ ਵਾਲੇ ਇਨਸਾਨ ਹਨ, ਉਹਨਾਂ ਨੂੰ ਅਗਰ ਜੇ ਇਹ ਆਸ ਹੋਵੇ ਕਿ ਸਾਨੂੰ ਹੀ ਧਾਰਮਿਕ ਬੰਦਿਆਂ ਵਰਗਾ ਕੋਈ ਮਾਨ ਸਨਮਾਨ ਜਾਂ ਆਤਮਿਕ ਉੱਚਤਾ ਵਾਲਾ ਜੀਵਨ ਮਿਲ ਜਾਏਗਾ ਤਾਂ ਉਹ ਨਾਮੁਮਕਿਨ ਜੀ ਗੱਲ ਹੈ। ਉਹ ਇਹ ਭਾਵ ਸਮਝਾਉਣ ਵਾਸਤੇ ਇੱਕ ਦਰਬਾਰ ਦਾ, ਇੱਕ ਦਰਗਾਹ ਦਾ ਕਨਸੈਪਟ ਜਿਹੜਾ ਹੈ ਉਹ ਵੀ ਇਸਤੇਮਾਲ ਕੀਤਾ ਜਾਂਦਾ ਹੈ ਕਿ ਜਿਵੇਂ ਕਚਹਿਰੀ ਲੱਗਦੀ ਹੈ ਤਾਂ ਇਨਸਾਨ ਨੂੰ ਪਤਾ ਹੈ ਵੀ ਉੱਥੇ ਤਾਂ ਨਿਆਂ ਹੁੰਦਾ ਹੈ, ਉੱਥੇ ਕਿਸੇ ਦਾ ਲਿਹਾਜ਼ ਨਹੀਂ ਕੀਤਾ ਜਾਂਦਾ। तो जो ਕਿਸੇ ਨੇ ਚੰਗੇ ਕਰਮ ਕੀਤੇ ਹੁੰਦੇ ਹਨ ਤੇ ਉਹਨੂੰ ਰਿਵਾਰਡ ਵੀ ਮਿਲਦਾ ਹੈ, ਜੇ ਉਹਨੇ ਮਾੜੇ ਕਰਮ ਕੀਤੇ ਹੁੰਦੇ ਹਨ ਤੇ ਉਹਨੂੰ ਸਜ਼ਾ ਵੀ ਮਿਲਦੀ ਹੈ। ਇਹੀ ਦਰਗਾਹ ਦਾ ਕਨਸੈਪਟ ਜਿਹੜਾ ਹੈ ਬਾਰ-ਬਾਰ ਜਦ ਪਰਮਾਤਮਾ ਦੇ ਦਰਬਾਰ ਦੀ ਗੱਲ ਕੀਤੀ ਜਾਂਦੀ ਹੈ, ਜਿਵੇਂ ਰਾਜੇ ਦੇ ਦਰਬਾਰ ਦੇ ਅੰਦਰ ਨਿਆਂ ਵਾਸਤੇ ਲੋਕ ਜਾਂਦੇ ਹਨ, ਤਿਵੇਂ ਹੀ ਪਰਮਾਤਮਾ ਦੀ ਦਰਗਾਹ ਦੇ ਅੰਦਰ ਇਨਸਾਨ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਨਿਆਂ ਪਾਉਂਦਾ ਹੈ। तो ਇਹ ਦਰਬਾਰ, ਦਰਗਾਹ ਦੇ ਲਫ਼ਜ਼ ਜਿਹੜੇ ਹਨ
ਸਿਰਫ ਉਸੇ ਹੀ ਭਾਵ ਨੂੰ ਕਨਵੇ ਕਰਨ ਵਾਸਤੇ ਵਰਤੇ ਜਾਂਦੇ ਹਨ। ਉਂਝ ਇਹਨਾਂ ਦੀ ਕੋਈ ਫਿਜ਼ੀਕਲ ਐਗਜ਼ਿਸਟੈਂਸ, ਕੋਈ ਫਿਜ਼ੀਕਲ ਲੋਕੇਸ਼ਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਕੋਈ ਪੁੱਛੇ ਵੀ ਉਹਦੀ ਦਰਗਾਹ ਕਿੱਥੇ ਹੈਗੀ, ਤਾਂ ਇਹ ਸਾਰੀ ਦੁਨੀਆ ਹੀ ਉਹਦੀ ਦਰਗਾਹ ਹੈ। ਤੋ ਇਸ ਸਾਰੇ ਜੀਵਨ ਦੇ ਵਿੱਚ ਜਿਉਂਦਿਆਂ ਹੋਇਆਂ ਇਨਸਾਨ ਜਿਹੋ ਜਿਹੇ ਕਰਮ ਕਰਦਾ ਹੈ, ਉਹ ਜਿਹੇ ਕਰਮਾਂ ਦਾ ਫਲ ਉਹਦੇ ਜੀਵਨ ਦੇ ਵਿੱਚ ਅੱਗੋਂ ਉਹਨੂੰ ਮਿਲਦਾ ਹੀ ਹੈ। ਤੋ ਇਹ ਜਜਮੈਂਟ ਕੰਟੀਨਿਊਸ ਚੱਲਦੀ ਰਹਿੰਦੀ ਹੈ। ਇਹੀ ਪਰਮਾਤਮਾ ਦੀ ਦਰਗਾਹ ਹੈ। ਸੋ ਜੀਵਦਿਆਂ ਨੂੰ ਮਿਲਿਆ ਸੋ ਜੀਵਦੇ, ਹਰ ਜਗ ਜੀਵਨ ਉਰਤਾਰ, ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ। ਉਹ ਸੱਚੇ ਦਾ ਦਰਬਾਰ ਦੇ ਵਿੱਚ ਉਹ ਸੋਹਣੇ ਲੱਗਦੇ ਹਨ। ਤੋ ਐਸੇ ਇਨਸਾਨ ਜੀਵਨ ਜਿਉਂਦਿਆਂ ਹੋਇਆਂ ਵੀ ਆਤਮਕ ਸੁਹੱਪਣ ਵਾਲਾ ਜੀਵਨ ਜਿਉਂਦੇ ਹਨ। ਉਹ ਪਰਮਾਤਮਾ ਦੇ ਦਰਬਾਰ ਦੇ ਵਿੱਚ ਹੀ ਇੱਜ਼ਤ ਮਾਨ ਪਾ ਰਹੇ ਹੁੰਦੇ ਹਨ। तो इतने ही वचन प्रवान करने जी, विचार करते होइए भुलां गलतियां दी आप सुखमा मंगते हैं जी। आज जी विचार नाल संबंधित किसी का कोई सवाल या कोई कमेंट होवे जी अपनी गल साझी कर सकते हो जी। वाहिगुरू जी का खालसा, वाहिगुरू जी की फतेह।